ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸਹੁ ਪੁਰਸਹੁ ਝਟੀਐ। ਤੁਧ ਡਿਠੇ ਸੱਚੇ ਪਾਤਿਸਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਿਸਾਹ, ਸਿਰ ਸਾਹਾਂ ਦੈ ਸਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਤੀਜਾ। ਇਵ ਕਲ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਜੋ ਸਹਿ ਰਤੇ ਆਪਣੇ, ਤੇਨ ਤਨ ਲੋਭ ਰਤ ਨਾ ਹੋਏ। ਇਵ ਕਲ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਜੋ ਸਹਿ ਰਤੇ ਆਪਣੇ, ਤੇਨ ਤਨ ਲੋਭ ਰਤ ਨਾ ਹੋਏ। ਪੈ ਪੈ ਤਨ ਖੀਨ ਹੋਏ, ਲੋਭ ਰਤ ਵਿੱਚ ਹੋ ਜਾਏ। ਜਿਉ ਬੈਸਣ ਪ੍ਰਭਾਤ ਸਦ ਹੋਏ, ਜਿਉ ਹਰ ਕਾ ਭਉ ਗੁਰਮੁਖ ਮੈਲ ਗਵਾਏ। ਨਾਨਕ ਤੇ ਜਨ ਸੋਹਣੇ, ਜੋ ਰਤੇ ਹਰ ਰੰਗ ਲਾਏ। ਜੋ ਬੈਸਣ ਪ੍ਰਭਾਤ ਸਦ ਹੋਏ, ਜਿਉ ਹਰ ਕਾ ਭਉ ਗੁਰਮੁਖ ਮੈਲ ਗਵਾਏ। ਨਾਨਕ ਤੇ ਜਨ ਸੋਹਣੇ, ਜੋ ਰਤੇ ਹਰ ਰੰਗ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾਰੇ। ਕਰੋੜਾਂ ਖੰਡਾਂ ਬ੍ਰਹਮੰਡਾਂ ਦੇ ਮਾਲਕ, ਜਿਨ੍ਹਾਂ ਦੇ ਇੱਕ ਇੱਕ ਰੋਮ ਦੇ ਵਿੱਚ ਹੀ ਕਰੋੜਾਂ ਖੰਡਾਂ ਬ੍ਰਹਮੰਡਾਂ ਦਾ ਵਾਸਾ ਹੈ। ਰੋਮ ਰੋਮ ਕੋਟ ਬ੍ਰਹਮਾਂਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ। ਨਿਰਗੁਣ ਆਪ ਸਰਗੁਣ ਭੀਓ ਹੀ, ਕਲਾ ਧਾਰ ਜਿਨ ਸਗਲੀ ਮੋਹੀ। ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ। ਸਤਿਗੁਰਾਂ ਦੇ ਪਾਵਨ ਚਰਨਾਂ ਦੀ ਛੋਹ ਨਾਲ ਪਵਿੱਤਰ ਹੋਈ ਧਰਤੀ। ਸੁਲਤਾਨਪੁਰ ਲੋਧੀ ਦੀ ਇਹ ਧਰਤੀ, ਜਿਸ ਦਾ ਕਣ ਕਣ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਛੋਹ ਨਾਲ ਪਵਿੱਤਰ ਹੈ। ਸਤਿਗੁਰੂ ਜੀ ਦਾ ਪਵਿੱਤਰ ਅਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ। ਦਸਾਂ ਪਾਤਸ਼ਾਹੀਆਂ ਦੀ ਜੋਤ, ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ। ਮਹਾਨ ਮਹਿਮਾ ਦੇ ਮਾਲਕ, ਸ਼ਬਦ ਗੁਰੂ, ਬਾਣੀ ਗੁਰੂ,
ਪ੍ਰਤੱਖ ਸਤਿਗੁਰੂ ਸਮਰੱਥ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਸਾਧ ਸੰਗਤ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ, ਪੰਜ ਬਾਣੀਆਂ ਦਾ ਨਿਤਨੇਮ ਹੋਇਆ, ਆਸਾ ਕੀ ਵਾਰ ਦਾ ਸੰਪੂਰਨ ਕੀਰਤਨ ਹੋਇਆ। ਪਾਰਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ। ਲੜੀਵਾਰ ਰੂਪ ਦੇ ਵਿੱਚ ਮਹਾਰਾਜ ਸਾਹਿਬ ਜੀ ਅੰਮ੍ਰਿਤ ਬਾਣੀ ਦੁਆਰਾ ਜੋ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਹਨ। ਰਾਮ ਕਲੀ ਰਾਗ ਦੀ ਪਹਿਲੀ ਵਾਰ, 3 ਵਾਰਾਂ ਹਨ ਰਾਮ ਕਲੀ ਰਾਗ ਦੇ ਅੰਦਰ। ਜੋ ਪਹਿਲੀ ਵਾਰ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ, ਜਿਸ ਦੀਆਂ 7 ਪੌੜੀਆਂ ਸ਼ਲੋਕਾਂ ਸਹਿਤ ਪਿੱਛੇ ਵਿਚਾਰ ਹੋ ਚੁੱਕੀ ਹੈ। 8ਵੀਂ ਪੌੜੀ ਦੀ ਵਿਚਾਰ ਅੱਜ ਹੋਵੇਗੀ ਗੁਰੂ ਕੀ ਕਿਰਪਾ ਦੇ ਨਾਲ। ਔਰ 8ਵੀਂ ਪੌੜੀ ਤੋਂ ਪਹਿਲਾਂ ਮਹਾਰਾਜ ਸਾਹਿਬ ਜੀ ਨੇ ਸ਼ਲੋਕ ਅੰਕਿਤ ਕੀਤੇ ਹਨ। 949 ਅੰਗ ਤੋਂ ਮਹਾਰਾਜ ਸਾਹਿਬ ਜੀ ਆਰੰਭਤਾ ਕਰਦੇ ਹਨ। 950 ਅੰਗ ਤੇ ਇਸ 8ਵੀਂ ਪੌੜੀ ਦੀ ਸੰਪੂਰਨਤਾ ਹੀ ਹੁੰਦੀ ਹੈ। ਜਿਵੇਂ ਗਰੀਬ ਨਵਾਜ਼ ਸਾਹਿਬ ਜੀ ਰਹਿਮਤ ਕਰਦੇ ਹਨ, ਆਪਣੀ ਪਾਵਨ ਰਸਨਾ ਤੋਂ ਪਾਵਨ ਕਲਿਆਣਕਾਰੀ ਉਪਦੇਸ਼ ਬਖਸ਼ਿਸ਼ ਕਰਦੇ ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਤੀਜਾ। ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪਣੀ ਪਾਵਨ ਰਸਨਾ ਤੋਂ ਫਰਮਾਉਂਦੇ ਹਨ। ਇਹੋ ਤਨ ਸਕੋ ਰਤ ਹੈ। ਗੁਰਸਿੱਖਾਂ ਨੇ ਪੰਜਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਮਹਾਰਾਜ ਬਾਬਾ ਸ਼ੇਖ ਫਰੀਦ ਸਾਹਿਬ ਜੀ ਨੇ ਆਖਿਆ ਹੈ ਕਿ ਸਰੀਰ ਦੇ ਵਿੱਚ ਖੂਨ ਹੀ ਨਹੀਂ ਹੈ। ਇਹ ਕੀ ਗੱਲ ਹੈ ਕਿ ਸਰੀਰ ਮਹਾਰਾਜ ਖੂਨ ਤੋਂ ਬਿਨਾਂ ਰਹਿ ਸਕਦਾ ਹੈ? ਜੇ ਸਰੀਰ ਦੇ ਵਿੱਚੋਂ ਖੂਨ ਸੁੱਕ ਜਾਵੇ ਤੇ ਸਰੀਰ ਜਿਉਂਦਾ ਕਿਵੇਂ ਰਹਿ ਸਕੇਗਾ? ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆ ਕਿ ਸਰੀਰ ਦੇ ਵਿੱਚ ਖੂਨ ਹੀ ਨਹੀਂ ਹੈ। ਫਰੀਦਾ ਰੱਤੀ ਰਤ ਨਾ ਨਿਕਲੈ, ਜੇ ਤਨ ਚੀਰੈ ਕੋਏ। ਇਹੋ ਤਨ ਵੀ ਇਹ ਜਿਹੜਾ ਮੇਰਾ ਸਰੀਰ ਹੈ ਇਹਦੇ ਵਿੱਚ ਖੂਨ ਹੀ ਨਹੀਂ ਹੈ। ਰੱਤੀ ਰਤ ਨਾ ਨਿਕਲੈ, ਜੇ ਤਨ ਚੀਰੈ ਕੋਏ। ਜੋ ਤਨ ਰੱਤੇ ਰੱਬ ਸਿਉ, ਤਿਤ ਤਨ ਰਤ ਨਾ ਹੋਏ। ਜੋ ਤਨ ਰੱਤੇ ਰੱਬ ਸਿਉ, ਵੀ ਜਿਹੜੇ ਸਰੀਰ ਰੱਬ ਦੇ ਨਾਲ ਰੰਗੇ ਗਏ ਉਹਨਾਂ ਦੇ ਵਿੱਚ ਰਤ ਖੂਨ ਹੀ ਨਹੀਂ ਹੁੰਦਾ ਹੈ। ਮਹਾਰਾਜ ਇਹ ਗੱਲ ਸਮਝਾਓ। ਇਹ ਬਾਬਾ ਸ਼ੇਖ ਫਰੀਦ ਸਾਹਿਬ ਜੀ ਦਾ ਸ਼ਲੋਕ ਸਾਡੀ ਸਮਝ ਨਹੀਂ ਪਿਆ। ਅਸਲ ਦੇ ਵਿੱਚ ਸਾਧ ਸੰਗਤ ਜੀ ਗੱਲ ਇਹ ਆ ਵੀ ਬਾਣੀ ਉਚਾਰਨ ਕੀਤੀ ਆ, ਰੱਬ ਨਾਲ ਜੁੜਿਆ ਹੋਇਆ, ਬੜੀ ਉੱਚੀ ਅਵਸਥਾ ਤੇ ਪਹੁੰਚਿਆ ਹੋਇਆ ਨੇ ਭਗਤਾਂ ਨੇ, ਸੰਤਾਂ ਨੇ, ਗੁਰਮੁਖਾਂ ਨੇ। ਤੇ ਕਈ ਵਾਰੀ ਸੰਸਾਰੀ ਬੰਦੇ ਨੂੰ ਉਹਦੀ ਸਮਝ ਨਹੀਂ ਪੈਂਦੀ ਕਿ ਉਹ ਭਗਤ ਕਿਹੜੇ ਟਿਕਾਣੇ ਤੇ ਜਾ ਕੇ ਬੋਲ ਰਿਹਾ, ਕਿੱਥੇ ਪਹੁੰਚਿਆ ਹੋਇਆ ਉਹ ਭਗਤ, ਉਹਦੇ ਕਹਿਣ ਦਾ ਲਹਿਜਾ ਕੀ ਹੈ, ਉਹਦੀ ਰਮਜ ਕੀ ਹੈ। ਤੇ ਸਿੱਧੇ ਪੱਧਰੇ ਅਰਥ ਜਿਹੜੇ ਆ ਉਹ ਕਈ ਵਾਰੀ ਵੇਖ ਕੇ, ਪੜ੍ਹ ਕੇ, ਵਿਚਾਰ ਕੇ ਤੇ ਇਨਸਾਨ ਟਪਲਾ ਵੀ ਖਾ ਜਾਂਦਾ, ਫਿਰ ਕਿੰਤੂ ਪਰੰਤੂ ਵੀ ਕਰਨ ਲੱਗ ਪੈਂਦਾ ਹੈ ਵੀ ਵੇਖੋ ਜੀ ਆਹ ਗੱਲ ਗਲਤ ਹੈ। ਅਸਲ ਵਿੱਚ ਗਲਤ ਨਹੀਂ ਹੁੰਦੀ ਹੈ, ਬੰਦੇ ਦੀ ਸਮਝ ਨਹੀਂ ਉੱਥੋਂ ਦੀ ਪਹੁੰਚਦੀ ਹੈ ਜਿੱਥੇ ਇੱਕ ਭਗਤ ਪਹੁੰਚਿਆ ਹੁੰਦਾ। ਇਸੇ ਤਰ੍ਹਾਂ ਬਾਬਾ ਫਰੀਦ ਸਾਹਿਬ ਜੀ ਦਾ ਇਹ ਸ਼ਲੋਕ ਪੜ੍ਹ ਕਰਕੇ ਗੁਰਸਿੱਖਾਂ ਦੇ ਮਨ ਦੇ ਵਿੱਚ ਖਿਆਲ ਆਇਆ ਕਿ ਮਹਾਰਾਜ ਬਾਬਾ ਫਰੀਦ ਸਾਹਿਬ ਜੀ ਆਹ ਗੱਲ ਕਹਿ ਰਹੇ ਆ ਤੇ ਸਾਡੀ ਸਮਝ ਵਿੱਚ ਨਹੀਂ ਆ ਰਹੀ, ਇਹ ਗੱਲ ਸਮਝਾਓ।
ਫਰੀਦਾ ਰੱਤੀ ਰਤ ਨਾ ਨਿਕਲੇ ਜੇ ਤਨ ਚੀਰੈ ਕੋਏ। ਕਹਿੰਦੇ ਸਰੀਰ ਨੂੰ ਕੋਈ ਚੀਰ ਕੇ ਵੇਖ ਲਵੇ, ਭੋਰਾ ਜਿੰਨਾ ਖੂਨ ਨਹੀਂ ਨਿਕਲੇਗਾ, ਰੱਤੀ ਜਿੰਨੀ ਰਤ ਨਹੀਂ ਨਿਕਲੇਗੀ, ਰੱਤੀ ਜਿੰਨਾ ਖੂਨ ਨਹੀਂ ਨਿਕਲੇਗਾ। ਜੋ ਤਨ ਰੱਤੇ ਰੱਬ ਸਿਉ ਤਿਤ ਤਨ ਰਤ ਨਾ ਹੋਏ। ਉਹ ਕਹਿੰਦੇ ਵੀ ਜਿਹੜਾ ਰੱਬ ਨਾਲ ਰੰਗਿਆ ਗਿਆ, ਰੱਬ ਨਾਲ ਪ੍ਰੇਮੀ ਬਣ ਗਿਆ, ਉਹਦੇ ਸਰੀਰ ਦੇ ਵਿੱਚ ਖੂਨ ਹੁੰਦਾ ਹੀ ਨਹੀਂ ਹੈ। ਤੇ ਮਹਾਰਾਜ ਖੂਨ ਤੋਂ ਬਿਨਾਂ ਸਰੀਰ ਕਿਵੇਂ ਰਹਿ ਸਕਦਾ? ਫਿਰ ਪੰਜਵੇਂ ਪਾਤਸ਼ਾਹ ਨੇ ਆਖਿਆ, ਗੁਰਸਿੱਖੋ, ਜਿਸ ਖੂਨ ਦੀ ਗੱਲ ਬਾਬਾ ਫਰੀਦ ਸਾਹਿਬ ਜੀ ਨੇ ਕੀਤੀ ਉਹ ਤੁਹਾਨੂੰ ਸਮਝ ਨਹੀਂ ਆਈ। ਉਹਦੀ ਵਿਆਖਿਆ ਸਾਡੇ ਤੀਜੇ ਪਾਤਸ਼ਾਹ, ਤੀਜੇ ਸਤਿਗੁਰੂ ਜੀ ਨੇ ਕੀਤੀ ਹੈ। ਫਿਰ ਮਹਾਰਾਜ ਨੇ ਇਹ ਸ਼ਲੋਕ ਇੱਥੇ ਅੰਕਿਤ ਕੀਤਾ। ਜਦੋਂ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕ ਆਉਂਦੇ ਆ ਨਾ ਅਖੀਰ ਤੇ, ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਤੋਂ ਬਾਅਦ, ਉੱਥੇ ਵੀ ਬਾਬਾ ਫਰੀਦ ਸਾਹਿਬ ਜੀ ਦੇ ਉਸ ਸ਼ਲੋਕ ਦੇ ਨਾਲ ਇਹ ਸ਼ਲੋਕ ਅੰਕਿਤ ਹੈ। ਇੱਥੇ ਵਾਰ ਦੇ ਵਿੱਚ ਮਹਾਰਾਜ ਸਾਹਿਬ ਜੀ ਇਕੱਲਾ ਸ਼ਲੋਕ ਅੰਕਿਤ ਕਰਦੇ ਤੀਜੇ ਪਾਤਸ਼ਾਹੀ ਦਾ। ਸ਼ਲੋਕ ਮਹੱਲਾ ਤੀਜਾ। ਪੰਜਵੇਂ ਪਾਤਸ਼ਾਹ ਗੁਰਸਿੱਖਾਂ ਨੂੰ ਸਮਝਾਉਂਦੇ ਆ ਵੀ ਇਸ ਸਵਾਲ ਦਾ ਜਵਾਬ, ਬਾਬਾ ਫਰੀਦ ਸਾਹਿਬ ਜੀ ਦੇ ਇਸ ਸ਼ਲੋਕ ਦਾ ਉੱਤਰ ਤੀਜੇ ਪਾਤਸ਼ਾਹ ਨੇ ਦਿੱਤਾ ਹੈ। ਤੀਜੇ ਪਾਤਸ਼ਾਹ ਨੇ ਦੱਸਿਆ ਵੀ ਉਹ ਕਿਹੜਾ ਖੂਨ ਹੈ। ਉਹ ਲੋਭ ਰੂਪੀ ਖੂਨ ਨਹੀਂ ਹੁੰਦਾ ਹੈ ਭਗਤਾਂ ਦੇ ਅੰਦਰ, ਲੋਭ ਰੂਪੀ ਖੂਨ। ਕਿਉਂਕਿ ਲੋਭ ਨੂੰ ਖੂਨ ਦੇ ਨਾਲ ਤੁਲਨਾ ਦਿੱਤੀ ਹੈ ਸਾਧ ਸੰਗਤ। ਮਹਾਰਾਜ ਸਾਹਿਬ ਕਹਿੰਦੇ ਭਗਤਾਂ ਦੇ ਅੰਦਰ ਲੋਭ ਰੂਪੀ ਰਤ ਨਹੀਂ ਹੁੰਦਾ ਹੈ। ਦੂਜੇ ਖੂਨ ਤੋਂ ਬਿਨਾਂ ਤੇ ਸਰੀਰ ਚੱਲਦਾ ਹੀ ਨਹੀਂ ਹੈ ਜੋ ਇਹਦੇ ਵਿੱਚ ਖੂਨ ਹੈ। ਪਰ ਭਗਤਾਂ ਦੇ ਅੰਦਰ ਲੋਭ ਰੂਪੀ, ਲਾਲਚ ਰੂਪੀ ਖੂਨ ਨਹੀਂ ਹੁੰਦਾ। ਤਾਂ ਤੀਜੇ ਪਾਤਸ਼ਾਹ ਨੇ ਗੁਰਸਿੱਖੋ ਇਸ ਸ਼ਲੋਕ ਦਾ ਅਰਥ ਕੀਤਾ ਹੈ ਬਾਬਾ ਫਰੀਦ ਸਾਹਿਬ ਜੀ ਦੇ ਇਸ ਬਚਨ ਦਾ। ਪੰਜਵੇਂ ਪਾਤਸ਼ਾਹ ਨੇ ਇੱਥੇ ਲਿਖਾਉਂਦਿਆਂ ਹੋਇਆਂ ਤੀਜੇ ਪਾਤਸ਼ਾਹ ਦਾ ਬਚਨ ਤੇ ਗੁਰਸਿੱਖਾਂ ਨੂੰ ਸਮਝਾਇਆ। ਕਹਿਣ ਲੱਗੇ, ਵੇਖੋ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਆ, ਇਹੋ ਤਨ ਸਭੋ ਰਤ ਹੈ। ਇਹ ਜੋ ਤਨ ਹੈ ਨਾ ਸਰੀਰ, ਇਹ ਸਰੀਰ ਦੇ ਵਿੱਚ ਰਤ ਹੈ, ਖੂਨ ਹੈ। ਸਭੋ ਸਾਰਿਆਂ ਸਰੀਰਾਂ ਦੇ ਵਿੱਚ ਹੀ ਖੂਨ ਹੁੰਦਾ ਹੈ। ਰਤ ਬਿਨਾ ਤਨ ਨਾ ਹੋਏ। ਰਤ ਦਾ ਅਰਥ ਇੱਥੇ ਖੂਨ ਹੈ, ਲਹੂ ਹੈ। ਖੂਨ ਤੋਂ ਬਿਨਾ, ਲਹੂ ਤੋਂ ਬਿਨਾ ਸਰੀਰ ਕੋਈ ਹੁੰਦਾ ਹੀ ਨਹੀਂ ਹੈ। ਕਿਉਂਕਿ ਸਰੀਰ ਦੀ ਉਤਪਤੀ ਖੂਨ ਦੇ ਨਾਲ ਹੈ। ਮਾਂ ਕੀ ਰਕਤ ਪਿਤਾ ਬਿੰਦ ਧਾਰਾ। ਮਾਂ ਦੇ ਖੂਨ, ਪਿਤਾ ਦੀ ਬਿੰਦ ਦੇ ਸੰਬੰਧ ਨਾਲ ਹੀ ਇਹ ਸਰੀਰ ਦੀ ਉਤਪਤੀ ਹੈ, ਪਦੈਸ਼ ਹੈ। ਤੇ ਫਿਰ ਸਰੀਰ ਦੇ ਵਿੱਚ ਖੂਨ ਰਵੇ ਤੇ ਸਰੀਰ ਚੱਲਦਾ ਹੈ। ਖੂਨ ਤੋਂ ਬਿਨਾਂ ਤੇ ਸਰੀਰ ਚੱਲਦਾ ਹੀ ਨਹੀਂ ਹੈ। ਰਤ ਬਿਨ ਤਨ ਨਾ ਹੋਏ। ਖੂਨ ਤੋਂ ਬਿਨਾਂ ਸਰੀਰ ਪੈਦਾ ਹੀ ਨਹੀਂ ਹੁੰਦਾ ਹੈ ਤੇ ਖੂਨ ਤੋਂ ਬਿਨਾਂ ਸਰੀਰ ਜਿਉਂਦਾ ਨਹੀਂ ਰਹਿੰਦਾ ਹੈ। ਕੋਈ ਵੀ ਸਰੀਰ ਖੂਨ ਤੋਂ ਬਿਨਾਂ ਨਹੀਂ ਹੈ। ਸਾਰਿਆਂ ਸਰੀਰਾਂ ਦੇ ਵਿੱਚ ਖੂਨ ਹੀ ਭਰਿਆ ਹੋਇਆ ਹੈ। ਜੋ ਸਹਿ ਤੇ ਆਪਣੇ। ਗੁਰਸਿੱਖੋ, ਬਾਬਾ ਫਰੀਦ ਸਾਹਿਬ ਜੀ ਦੇ ਕਹਿਣ ਦਾ ਭਾਵ ਇਹ ਹੈ, ਤੀਜੇ ਪਾਤਸ਼ਾਹ ਦੱਸ ਰਹੇ ਆ ਵੀ ਜਿਹੜੇ ਪ੍ਰਭੂ ਦੇ ਪਿਆਰੇ ਆਪਣੇ ਸਹਿ ਦੇ ਨਾਲ ਰੰਗੇ ਗਏ, ਆਪਣੇ ਮਾਲਕ ਪ੍ਰਮਾਤਮਾ ਪਤੀ ਦੇ ਨਾਲ ਜਿਨ੍ਹਾਂ ਨੇ ਪ੍ਰੇਮ ਕੀਤਾ ਹੈ, ਰੰਗ ਕੀਤਾ ਹੈ, ਜਿਹੜੇ ਰੱਤੇ ਗਏ ਆਪਣੇ ਮਾਲਕ ਦੇ ਨਾਲ, ਤੇਨ ਤਨ ਲੋਭ ਰਤ ਨਾ ਹੋਏ। ਉਹਨਾਂ ਦੇ ਤਨ ਸਰੀਰ ਦੇ ਵਿੱਚ, ਤਿਨਾਂ ਦੇ ਸਰੀਰ ਦੇ ਵਿੱਚ ਲੋਭ ਰੂਪੀ ਖੂਨ ਨਹੀਂ ਹੁੰਦਾ। ਦੂਜਾ ਖੂਨ ਤੇ ਹੁੰਦਾ ਹੀ ਹੈ ਸਰੀਰ ਦੇ ਵਿੱਚ, ਜਿਸ ਖੂਨ ਦੇ ਨਾਲ ਇਹ ਸਰੀਰ ਚੱਲਦਾ ਇਹਦੇ ਵਿੱਚ ਖੂਨ ਹੀ ਹੈ ਸਭ ਦੇ। ਪਰ ਪ੍ਰਭੂ ਦੇ ਪਿਆਰੇ ਜਿਹੜੇ ਰੰਗੇ ਗਏ ਆਪਣੇ ਮਾਲਕ ਦੇ ਨਾਲ, ਉਹਨਾਂ ਦੇ ਸਰੀਰ ਵਿੱਚ ਲੋਭ ਰੂਪੀ ਰਤ ਨਹੀਂ ਹੁੰਦਾ। ਉਹ ਲੋਭ ਨਹੀਂ ਕਰਦੇ, ਲਾਲਚ ਨਹੀਂ ਕਰਦੇ ਹਨ। ਉਹ ਪਰਮੇਸ਼ਰ ਦੇ ਭੈ ਵਿੱਚ ਰਹਿੰਦੇ ਆ। ਪ੍ਰਭੂ ਦੇ ਪਿਆਰੇ, ਪ੍ਰਭੂ ਦਾ ਡਰ ਉਹਨਾਂ ਦੇ ਅੰਦਰ ਪੈਦਾ ਹੁੰਦਾ ਹੈ ਤੇ ਭੈ ਦੇ ਪੈਣ ਕਰਕੇ ਉਹਨਾਂ ਦਾ ਤਨ ਸਰੀਰ ਖੀਣ ਹੋਏ, ਕਮਜ਼ੋਰ ਜ਼ਰੂਰ ਹੋ ਜਾਂਦਾ ਹੈ। ਜਿਹੜੇ ਰੱਬ ਦੇ ਭੈ ਵਿੱਚ ਰਹਿੰਦੇ, ਉਹਦੇ ਪ੍ਰੇਮ ਵਿੱਚ ਰਹਿੰਦੇ ਆ, ਉਹਦੀ ਭਗਤੀ ਵਿੱਚ ਜੁੜੇ ਰਹਿੰਦੇ ਆ, ਉਹਨਾਂ ਦਾ ਖਾਣਾ ਪੀਣਾ ਵੀ ਥੋੜਾ ਹੋ ਜਾਂਦਾ ਹੈ। ਇਹ ਰੱਬ ਦੇ ਪਿਆਰਿਆਂ ਦੀ ਅਵਸਥਾ ਹੈ, ਜਿਨ੍ਹਾਂ ਦਾ ਉਹਦੇ ਨਾਲ ਪ੍ਰੇਮ ਲੱਗ ਗਿਆ, ਜਿਨ੍ਹਾਂ ਨੂੰ ਇਹ ਰੰਗ ਲੱਗ ਗਿਆ। ਫਿਰ ਉਹਨਾਂ ਦੀ ਅਵਸਥਾ ਇਹ ਹੋ ਜਾਂਦੀ ਹੈ, ਅਲਪ ਆਹਾਰ ਸੁਲਪ ਸੀ ਨਿੰਦਰਾ
ਦਇਆ ਸ਼ਿਮਾ ਤਨ ਪ੍ਰੀਤ ਸੀਲ ਸੰਤੋਖ ਸਦਾ ਨਿਰਵਾਹਿਬੋ ਹੋਵੈ ਬੋ ਤ੍ਰਿਗੁਣ ਅਤੀਤ ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਨਾ ਮਨ ਸਿਓ ਲਿਆਵੈ ਤਬ ਹੀ ਆਤਮ ਤਤ ਕੋ ਦਰਸੇ ਪਰਮ ਪੁਰਖ ਕਹਿ ਪਾਵੈ। ਉਹ ਥੋੜਾ ਖਾਂਦੇ ਆ, ਥੋੜਾ ਸੌਂਦੇ ਆ, ਪਰਮੇਸ਼ਰ ਦੇ ਭੈ ਵਿੱਚ ਰਹਿੰਦੇ, ਉਹਨਾਂ ਦੇ ਅੰਦਰ ਵਾਹਿਗੁਰੂ ਦਾ ਡਰ ਬਣਿਆ ਰਹਿੰਦਾ। ਬਾਬਾ ਜੀ ਨੇ ਬਚਨ ਕੀਤਾ, ਭਗਤ ਕਬੀਰ ਸਾਹਿਬ ਜੀ ਨੇ, ਉਹ ਕਹਿੰਦੇ ਵੀ ਜੋ ਸਾਨੂੰ ਇਹ ਸਮਝ ਪੈ ਗਈ ਹੈ ਨਾ, ਕਹਿੰਦੇ ਇਹ ਤਾਂ ਪੂਰੀ ਬਲਾ ਪੈ ਗਈ ਹੈ। ਕਹਿੰਦੇ ਜਿਨ੍ਹਾਂ ਨੇ ਕੁਝ ਨਹੀਂ ਨਾ ਜਾਣਿਆ, ਜਿਨ੍ਹਾਂ ਨੂੰ ਕੋਈ ਸਮਝ ਨਹੀਂ, ਉਹ ਵੇਲੇ ਨਾਲ ਹੀ ਸੌ ਜਾਂਦੇ ਆ ਪ੍ਰਸ਼ਾਦਾ ਪਾਣੀ ਛਕ ਕੇ, ਤੇ ਐ ਦਿਨ ਚੜੇ ਉੱਠਦੇ ਆ ਸਾਰੀ ਰਾਤ ਘਰਾੜੇ ਮਾਰਦੇ ਰਹਿੰਦੇ। ਕਹਿੰਦੇ ਸਾਨੂੰ ਸਮਝ ਪੈ ਗਈ, ਅਸੀਂ ਰਾਤ ਨੂੰ ਵੀ ਪਰਮੇਸ਼ਰ ਦਾ ਸਿਮਰਨ ਭਜਨ ਕਰਦੇ ਤੇ ਅੰਮ੍ਰਿਤ ਵੇਲੇ ਵੀ ਵੇਲੇ ਨਾਲ ਉੱਠੀਦਾ ਵੀ ਸਮਾਂ ਲੰਘ ਨਾ ਜਾਵੇ। ਕਬੀਰ ਜਿਨਹੋ ਕਿਛੂ ਜਾਣਿਆ ਨਹੀਂ ਤਿਨ ਸੁਖ ਨੀਂਦ ਬਿਹਾਏ ਹਮੋ ਜੋ ਬੂਝਾ ਬੂਝਣਾ ਪੂਰੀ ਪਰੀ ਬਲਾਏ। ਕਹਿੰਦੇ ਤੇ ਪੂਰੀ ਬਲਾ ਹੀ ਪੈ ਗਈ। ਉਹ ਕਟਾਕਸ਼ ਨਾਲ ਕਹਿੰਦੇ ਆ, ਪ੍ਰੇਮ ਨਾਲ ਕਹਿੰਦੇ ਵੀ ਜਿਸ ਨੂੰ ਸਮਝ ਪੈ ਗਈ ਉਹ ਫਿਰ ਰੱਬ ਦੇ ਡਰ ਵਿੱਚ ਰਹਿੰਦਾ ਹੈ, ਭੈ ਵਿੱਚ ਰਹਿੰਦਾ ਹੈ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਭੈ ਪੈ ਤਨ ਖੀਨ ਹੋਏ। ਪ੍ਰਭੂ ਦੇ ਪਿਆਰਿਆਂ ਦਾ, ਪਰਮੇਸ਼ਰ ਨਾਲ ਪ੍ਰੇਮ ਕਰਨ ਵਾਲਿਆਂ ਨੂੰ ਜਦੋਂ ਪਰਮੇਸ਼ਰ ਦੇ ਉਹ ਡਰ ਵਿੱਚ ਜਿਉਂਦੇ ਆ ਨਾ, ਭੈ ਪੈਦਾ ਹੁੰਦਾ ਉਹਨਾਂ ਦੇ ਅੰਦਰ, ਉਹਨਾਂ ਦਾ ਤਨ ਫਿਰ ਖੀਨ ਹੋ ਜਾਂਦਾ ਹੈ, ਸਰੀਰ ਕਮਜ਼ੋਰ ਹੋ ਜਾਂਦਾ ਹੈ, ਗੋਗੜਾਂ ਨਹੀਂ ਪੈਂਦੀਆਂ। ਫਿਰ ਉਹ ਪ੍ਰਭੂ ਦੇ ਭੈ ਦੇ ਵਿੱਚ ਉਹਨਾਂ ਦਾ ਸਰੀਰ ਜਿਹੜਾ ਵਾ ਉਹ ਖੀਨ ਹੋ ਜਾਂਦਾ, ਕਮਜ਼ੋਰ ਹੋ ਜਾਂਦਾ ਹੈ, ਕਿਉਂਕਿ ਉਹ ਵਾਹਿਗੁਰੂ ਦੇ ਡਰ ਦੇ ਵਿੱਚ ਰਹਿੰਦੇ, ਉਹਦੇ ਭੈ ਦੇ ਵਿੱਚ ਰਹਿੰਦੇ ਹਨ। ਲੋਭ ਰਸ ਵਿੱਚ ਹੋ ਜਾਏ ਤੇ ਉਹਨਾਂ ਦੇ ਅੰਦਰੋਂ, ਸਰੀਰ ਦੇ ਵਿੱਚੋਂ, ਹਿਰਦੇ ਦੇ ਵਿੱਚੋਂ, ਸੂਖਮ ਸਰੀਰ ਦੇ ਵਿੱਚੋਂ ਲੋਭ ਰੂਪੀ ਜਿਹੜਾ ਰਤ ਖੂਨ ਹੈ ਉਹ ਵਿੱਚੋਂ ਚਲੇ ਜਾਂਦਾ ਹੈ, ਨਿਵਰਤ ਹੋ ਜਾਂਦਾ ਹੈ। ਜੋ ਹੈ ਸੰਤਰ ਆਤ ਸੁਧ ਹੋਏ। ਮਹਾਰਾਜ ਕਹਿੰਦੇ ਇਸ ਤਰ੍ਹਾਂ ਉਹ ਸੁੱਧ ਹੋ ਜਾਂਦੇ ਆ, ਪਵਿੱਤਰ ਹੋ ਜਾਂਦੇ। ਜਿਵੇਂ ਬੈਸੰਤਰ ਅਗਨੀ ਦੇ ਤਾ ਦਿੱਤਿਆਂ, ਅਗਨੀ ਦੇ ਸੇਕ ਦਿੱਤਿਆਂ ਧਾਤ ਸੁੱਧ ਹੋ ਜਾਂਦੀ ਹੈ। ਕਿਸੇ ਧਾਤ ਨੂੰ ਸੁੱਧ ਕੀਤਾ ਜਾਂਦਾ ਹੈ ਤੇ ਉਹਨੂੰ ਅੱਗ ਦੇ ਉੱਤੇ ਗਰਮ ਕਰਕੇ ਸੁੱਧ ਕੀਤਾ ਜਾਂਦਾ ਹੈ। ਜਿਵੇਂ ਸੋਨੇ ਦੀ ਮੈਲ ਕੱਢਦਾ ਹੈ ਸੁਨਿਆਰਾ, ਤੇ ਸੋਨੇ ਨੂੰ ਉਹ ਤਾ ਦਿੰਦਾ ਹੈ, ਹੇਠਾਂ ਅੱਗ ਬਾਲਦਾ ਹੈ, ਤੇ ਫਿਰ ਸੋਨੇ ਦੀ ਮੈਲ ਨਿਕਲ ਜਾਂਦੀ, ਖੋਟ ਜਿਹਨੂੰ ਕਿਹਾ ਜਾਂਦਾ ਹੈ, ਸੋਨੇ ਵਿੱਚੋਂ ਖੋਟ ਨਿਕਲ ਜਾਂਦੀ, ਮੈਲ ਨਿਕਲ ਜਾਂਦੀ ਹੈ, ਤੇ ਫਿਰ 12 ਮੰਨੀ ਦਾ ਸੁੱਧ ਹੋ ਜਾਂਦਾ। ਜਿਵੇਂ ਅਗਨੀ ਦੇ ਸੇਕ ਦੇ ਨਾਲ ਇਹ ਸੋਨਾ ਆਦਿਕ, ਸੋਨਾ ਲੋਹਾ ਤਾਂਬਾ ਆਦਿਕ ਜੋ ਹੈ ਇਹ ਧਾਤਾਂ ਸੁੱਧ ਹੋ ਜਾਂਦੀਆਂ ਹਨ। ਜੋ ਹਰਿ ਕਾ ਭਉ ਦੁਰਮਤ ਮੈਲ ਗਵਾਏ। ਇਸੇ ਤਰ੍ਹਾਂ ਹਰੀ ਦਾ, ਪਰਮੇਸ਼ਰ ਦਾ ਜੋ ਭਉ ਹੈ, ਡਰ ਹੈ, ਉਹ ਜੋ ਜੀਵ ਦੇ ਅੰਦਰ ਦੁਰਮਤ ਮੈਲ ਹੈ ਨਾ, ਖੋਟੀ ਮੱਤ ਦੀ ਮੈਲ, ਇਸ ਨੂੰ ਗਵਾ ਦਿੰਦਾ। ਜਿਵੇਂ ਸੇਕ ਮਿਲੇ ਸੋਨੇ ਨੂੰ, ਉਹਦੀ ਮੈਲ ਦੂਰ ਹੋ ਜਾਂਦੀ ਹੈ, ਹੋਰ ਧਾਤਾਂ ਨੂੰ ਸੇਕ ਮਿਲੇ ਅੱਗ ਦਾ, ਉਹਨਾਂ ਦੀ ਮੈਲ ਨਿਕਲ ਜਾਂਦੀ। ਇਸੇ ਤਰ੍ਹਾਂ ਜਦੋਂ ਜੀਵ ਪ੍ਰਮਾਤਮਾ ਦੇ ਭੈ ਵਿੱਚ ਜਿਉਂਦਾ ਹੈ, ਉਹਦੇ ਡਰ ਵਿੱਚ ਰਹਿੰਦਾ ਹੈ, ਤੇ ਫਿਰ ਜੀਵ ਦੇ ਅੰਦਰੋਂ ਖੋਟੀ ਮੱਤ ਦੀ ਮੈਲ ਨਿਕਲ ਜਾਂਦੀ ਹੈ। ਜਦੋਂ ਇਹਦੇ ਅੰਦਰ ਡਰ ਨਹੀਂ ਨਾ ਰਹਿੰਦਾ, ਫਿਰ ਮੈਲ ਨਾਲ ਭਰ ਜਾਂਦਾ। ਜਦੋਂ ਵਾਹਿਗੁਰੂ ਦੇ ਡਰ ਵਿੱਚ ਜਿਉਂਦਾ ਹੈ ਨਾ, ਪਰਮੇਸ਼ਰ ਦਾ ਡਰ, ਗੁਰੂ ਦਾ ਡਰ, ਗੁਰੂ ਕੀ ਰਹਿਤ ਮਰਿਆਦਾ ਦਾ ਡਰ, ਪੰਜਾਂ ਕਕਾਰਾਂ ਦੀ ਰਹਿਤ 'ਚ ਰਹਿਣਾ ਹੈ। ਵੀ ਜੇ ਕੋਈ ਢਿੱਲ ਮੱਠ ਹੋ ਗਈ ਤੇ ਕਲਗੀਆਂ ਵਾਲੇ ਪਾਤਸ਼ਾਹ ਨੂੰ ਕੀ ਮੂੰਹ ਵਿਖਾਵਾਂਗਾ। ਇਸ ਕਰਕੇ ਫਿਰ ਉਹ ਭੈ ਦੇ ਵਿੱਚ ਇਹਦੀ ਮੈਲ ਦੂਰ ਹੁੰਦੀ ਹੈ। ਇਹ ਨਿਰਮਲ ਭੈ ਜੀਵਨ ਸਵਾਰਦਾ ਹੈ। ਮਹਾਰਾਜ ਕਹਿੰਦੇ ਹਨ ਧੰਨ ਗੁਰੂ ਅਮਰਦਾਸ ਸਾਹਿਬ ਜੀ, ਤਿਉ ਹਰਿ ਕਾ ਭਉ, ਇਸੇ ਤਰ੍ਹਾਂ ਹਰੀ ਦਾ ਡਰ ਜੋ ਪਰਮੇਸ਼ਰ ਦੇ ਪਿਆਰੇ ਰੱਖਦੇ ਆ, ਉਹਨਾਂ ਦੇ ਅੰਦਰੋਂ ਦੁਰਮਤ ਮੈਲ ਗਵਾਏ, ਖੋਟੀ ਮੱਤ ਦੀ ਮੈਲ ਨੂੰ ਵਾਹਿਗੁਰੂ ਜੀ ਦਾ ਡਰ ਗਵਾ ਦਿੰਦਾ, ਦੂਰ ਕਰ ਦਿੰਦਾ ਹੈ। ਨਾਨਕ ਤੇ ਜਨ ਸੋਹਣੇ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਉਚਾਰਦੇ ਆ ਵੀ ਗੁਰਮੁਖੋ,
ਗੁਰੂ ਕੇ ਪਿਆਰੇ ਉਹ ਜਨ ਫਿਰ ਸੋਹਣੇ ਹੋ ਜਾਂਦੇ ਆ, ਸੋਹਣੇ ਬਣ ਜਾਂਦੇ ਆ ਜਿਨ੍ਹਾਂ ਨੇ ਪ੍ਰਭੂ ਦਾ ਡਰ ਧਾਰਨ ਕੀਤਾ ਹੈ। ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਕਿਉਂਕਿ ਜਦੋਂ ਅੱਗ ਦਾ ਸੇਕ ਮਿਲਦਾ ਹੈ ਤੇ ਫਿਰ ਸੋਨਾ ਚਮਕਦਾ ਹੈ, ਸੋਨੇ ਦੀ ਮੈਲ ਦੂਰ ਹੋ ਜਾਂਦੀ ਹੈ, ਸੋਨਾ ਸੁੱਧ ਹੋ ਜਾਂਦਾ, ਨਿਰਮਲ ਹੋ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਵਾਹਿਗੁਰੂ ਦੇ ਡਰ ਵਿੱਚ ਜੀਵ ਜਿਉਂਦਾ ਹੈ ਉਹ ਜਨ ਫਿਰ ਸੋਹਣੇ ਹੋ ਜਾਂਦੇ ਆ। ਸੋਹਣੇ ਤੋਂ ਭਾਵ ਦਿਲ ਦੀ ਸਫਾਈ ਵਾਲੇ ਹੋ ਜਾਂਦੇ ਆ, ਇਕੱਲੇ ਬਾਹਰੋਂ ਹੀ ਨਹੀਂ ਸੋਹਣੇ ਦੀ ਗੱਲ ਕੀਤੀ। ਉਹ ਹਿਰਦੇ ਦੀ ਸਫਾਈ ਵਾਲੇ ਸੋਹਣੇ ਹੋ ਜਾਂਦੇ, ਉਹਨਾਂ ਦਾ ਹਿਰਦਾ ਸਾਫ਼ ਪਵਿੱਤਰ ਹੋ ਜਾਂਦਾ ਹੈ। ਜੋ ਰਤੇ ਹਰ ਰੰਗ ਲਾਏ, ਜਿਹੜੇ ਰੱਤੇ ਰੰਗੇ ਗਏ, ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਨਾਲ ਰੰਗ ਲਾਇਆ ਹੈ, ਰੰਗ ਤੋਂ ਭਾਵ ਪ੍ਰੇਮ ਲਾਇਆ ਜਿਨ੍ਹਾਂ ਨੇ ਪ੍ਰਭੂ ਦੇ ਨਾਲ, ਉਹ ਰੰਗੇ ਗਏ। ਰੱਤੇ ਸੇਈ ਜੇ ਮੁਖ ਨਾ ਮੋੜਨ, ਜਿਨੀ ਸੰਜਾਤਾ ਸਾਈਂ, ਜਿਨ੍ਹਾਂ ਨੇ ਮਾਲਕ ਨੂੰ ਸਿਆਣਿਆ। ਉਹ ਪ੍ਰਭੂ ਦੇ ਪਿਆਰੇ ਜਾ ਕੋ ਹਰ ਰੰਗ ਲਾਗੋ, ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ। ਆਤਮ ਜਿਨੈ ਸਗਲ ਵਾਸਤਾ ਕੇ ਜਾ ਕਾ ਸਤਿਗੁਰ ਪੂਰਾ। ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਨਾਲ ਪ੍ਰੇਮ ਲਾਇਆ ਉਹ ਰੰਗੇ ਗਏ, ਉਹਨਾਂ ਨੂੰ ਰੰਗ ਚੜ ਗਿਆ, ਉਹ ਸੋਨੇ ਦੀ ਤਰ੍ਹਾਂ ਸੁੱਧ ਹੋ ਕੇ ਚਮਕਣ ਲੱਗ ਪਏ, ਸੋਹਣੇ ਹੋ ਗਏ ਉਹਨਾਂ ਦੇ ਜੀਵਨ। ਮਹੱਲਾ ਤੀਜਾ। ਸਤਿਗੁਰੂ ਅਮਰਦਾਸ ਸਾਹਿਬ ਜੀ ਅੱਗੇ ਹੋਰ ਬਖਸ਼ਿਸ਼ ਕਰਦੇ ਹਨ ਅਗਲੇ ਸ਼ਲੋਕ ਵਿੱਚ। ਰਾਮ ਕਲੀ ਰਾਮ ਮਨ ਵਸਿਆ। ਕਿਸੇ ਗਵਈਏ ਨੇ, ਰਾਗੀ ਨੇ ਗੁਰੂ ਕੀ ਹਜ਼ੂਰੀ ਵਿੱਚ ਆ ਕਰਕੇ ਤੇ ਰਾਮ ਕਲੀ ਰਾਗਣੀ ਗਾਈ। ਗੁਰਸਿੱਖਾਂ ਨੇ ਬਹੁਤ ਵਾਹ ਵਾਹ ਕੀਤੀ ਕਿ ਮਹਾਰਾਜ ਰਾਗੀ ਨੇ ਰਾਮ ਕਲੀ ਰਾਗਣੀ ਬੜੀ ਸੋਹਣੀ ਗਾਈ ਹੈ। ਉਸ ਮੌਕੇ ਤੇ ਮਹਾਰਾਜ ਨੇ ਇਹ ਬਚਨ ਉਚਾਰਨ ਕੀਤਾ, ਕਹਿਣ ਲੱਗੇ ਰਾਮ ਕਲੀ ਰਾਗਣੀ ਗਾਈ ਹੋਈ ਤਾਂ ਸਫਲੀ ਹੈ, ਰਾਮ ਮਨ ਵਸਿਆ। ਜੇ ਰਾਮ ਵੀ ਮਨ ਵਿੱਚ ਵਸਿਆ ਹੋਵੇ, ਰਾਮ ਕਲੀ ਰਾਗਣੀ ਗਾਈ ਤਾਂ ਪੂਰੀ ਪੂਰੀ ਸਫਲੀ ਹੋ ਸਕਦੀ ਹੈ ਗੁਰਸਿੱਖੋ। ਜੇ ਰਾਮ ਪਰਮੇਸ਼ਰ ਜੋ ਸਰਬ ਵਿਆਪਕ ਹੈ ਉਹ ਵੀ ਮਨ ਵਿੱਚ ਵਸੇ, ਮਨ ਵਿੱਚ ਵਸਿਆ ਹੋਵੇ। ਤਾਂ ਹੀ ਰਾਮ ਕਲੀ ਰਾਗਣੀ ਗਾਉਣ ਵਾਲੇ ਦਾ ਇਹ ਸਿਗਾਰ ਸਾਰਾ ਬਣਿਆ, ਇਹ ਸਫਲਾ ਹੋਵੇਗਾ ਵੀ ਪੂਰੀ ਸੁਰ ਲਾਉਣੀ, ਸੁਰ ਦੇ ਨਾਲ ਤਾਲ ਪੂਰਾ ਮੇਲਣਾ, ਇਸੇ ਤਰ੍ਹਾਂ ਰਾਗ ਦੇ ਤਾਈਂ ਅਲਾਪਣਾ। ਇਹ ਜਿੰਨਾ ਵੀ ਸਿਗਾਰ ਹੈ ਰਾਗ ਦੇ ਨਾਲ, ਰਾਗ ਜਾਤ ਰਾਗੀ ਜਾਣੈ। ਰਾਗ ਦੀ ਜਾਤ ਨੂੰ ਕੋਈ ਰਾਗੀ ਜਾਣਦਾ ਕਿ ਸੁਰ ਕਿਹੜੀ ਕਿਹੜੀ ਲਾਉਣੀ ਹੈ, ਤਾਲ ਵਿੱਚ ਕਿਹੜਾ ਲਾਉਣਾ ਹੈ, ਪਲਟੇ ਕਿਹੜੇ ਲਾਉਣੇ ਤਾਲ ਦੇ ਵਿੱਚ, ਫਿਰ ਤਾਨਾਂ ਕਿਹੜੀਆਂ ਲਾਉਣੀਆਂ। ਤੋ ਇਸ ਤਰੀਕੇ ਦੇ ਨਾਲ ਇਹ ਸਾਰਾ ਰਾਗ ਦਾ ਸਿਗਾਰ ਹੈ, ਤਾਂ ਬਣਿਆ ਸਿਗਾਰ। ਤਾਂ ਹੀ ਰਾਗੀ ਦਾ ਜਿਹੜਾ ਇਹ ਰਾਗ ਦਾ ਸ਼ਿੰਗਾਰ ਹੈ ਸਾਰਾ ਬਣਾਇਆ ਹੋਇਆ, ਤਾਂ ਇਹ ਬਣਿਆ, ਤਾਂ ਇਹ ਸ਼ੋਭੇਗਾ। ਜੇ ਉਹਦੇ ਮਨ ਦੇ ਵਿੱਚ ਮਹਾਰਾਜ ਕਹਿੰਦੇ ਰਾਮ ਵੀ ਮਨ ਵਿੱਚ ਵਸਿਆ ਹੋਵੇ, ਪਰਮੇਸ਼ਰ ਵੀ ਵਸਿਆ ਹੋਵੇ, ਪ੍ਰਭੂ ਦੇ ਨਾਮ ਤੋਂ ਬਿਨਾਂ ਮਹਾਰਾਜ ਕਹਿੰਦੇ ਇਕੱਲਾ ਰਾਗ ਗਾਇਆ ਹੋਇਆ ਸਫਲਾ ਨਹੀਂ ਹੈ। ਇਸੇ ਤਰ੍ਹਾਂ ਇਹ ਬਚਨ ਫੇਰ ਪੜੋ ਜੀ। ਰਾਮ ਕਲੀ ਰਾਮ ਮਨ ਵਸਿਆ। ਤਾਂ ਕਹਿੰਦੇ ਹਨ ਰਾਮ ਕਲੀ, ਰਾਮ ਪਰਮੇਸ਼ਰ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਲੀ ਕਲੀ, ਜਿਵੇਂ ਕਲੀਆਂ ਨਿਕਲਦੀਆਂ ਨਾ, ਆ ਫੁੱਲਾਂ ਦੀਆਂ ਕਲੀਆਂ ਹੁੰਦੀਆਂ, ਇਸੇ ਤਰ੍ਹਾਂ ਕਲੀ ਕੀ ਹੈ? ਜੀਵ ਦੀ ਬੁੱਧੀ। ਇਹ ਰਾਮ ਕਲੀ, ਰਾਮ ਪਰਮੇਸ਼ਰ ਵਾਹਿਗੁਰੂ ਜੀ ਦੀ ਇੱਛਾ ਵਾਲੀ। ਇਹਦੇ ਵਿੱਚ ਬੁੱਧੀ ਵਿੱਚ ਕਲੀਆਂ ਕਿਹੜੀਆਂ ਨਿਕਲੀਆਂ ਹੋਈਆਂ? ਕਰੁਣਾ, ਮੁਦਤਾ ਆਦਿਕ ਦੀਆਂ, ਜੋ ਕਿਰਪਾ ਹੋਣੀ ਹੈ, ਪ੍ਰਸੰਨਤਾ ਹੋਣੀ ਹੈ, ਉਪੇਖਿਆ। ਰਾਮ ਮਨ ਵਸਿਆ, ਉਹਨਾਂ ਦੀ ਬੁੱਧੀ ਰੂਪੀ ਰਾਮ ਕਲੀ, ਬੁੱਧੀ ਰੂਪੀ ਜਿਹੜੀ ਰਾਮ ਕਲੀ ਹੈ, ਇਹ ਕਲੀ ਹੈ ਰਾਮ ਦੀ ਪ੍ਰਾਪਤੀ ਦੀ ਚਾਹਵਾਨ। ਉਹ ਸੋਭਣੀਕ ਹੈ ਜਿਨ੍ਹਾਂ ਦੇ ਬੁੱਧੀ ਦੇ ਵਿੱਚ ਰਾਮ ਦਾ ਨਾਮ ਮਨ ਵਿੱਚ ਵਸਿਆ ਹੋਇਆ ਹੈ। ਤਾਂ ਉਹਨਾਂ ਦਾ ਬਾਹਰਲਾ ਸਰੀਰ ਉੱਤੇ ਲਿਬਾਸ ਸ਼ਿੰਗਾਰ ਪਹਿਨਿਆ ਹੋਇਆ ਵੀ ਬਣ ਗਿਆ, ਫੱਬ ਗਿਆ। ਤਾਂ ਸਫਲਾ ਹੀ ਉਹਨਾਂ ਦਾ ਸਰੀਰਕ ਬਾਣਾ ਪਹਿਨਿਆ ਹੋਇਆ ਵੀ, ਧਾਰਮਿਕ ਲਿਬਾਸ ਵੀ ਉਹਨਾਂ ਦਾ ਤਾਂ ਹੀ ਬਣਿਆ ਹੈ, ਤਾਂ ਹੀ ਫੱਬਿਆ ਹੈ
ਬਣਿਆ ਕਹਿੰਦੇ ਫੱਬੇ ਨੂੰ। ਆਮ ਹੀ ਸੰਸਾਰ 'ਚ ਬਣਿਆ ਅੱਖਰ ਵਰਤਿਆ ਜਾਂਦਾ, ਅੱਜ ਬੜਾ ਬਣਿਆ ਠਣਿਆ ਫਿਰਦਾ, ਇਸ ਤਰ੍ਹਾਂ ਕਿਹਾ ਜਾਂਦਾ। ਕੋਈ ਬੜੇ ਸੋਹਣੇ ਵਸਤਰ ਪਾਏ ਹੋਣ ਤਾਂ ਬਣਿਆ ਤੋਂ ਭਾਵ ਫੱਬਿਆ, ਭਾਵ ਸੋਭਨੀਕ ਹੋਇਆ। ਕਹਿੰਦੇ ਉਹ ਸ਼ਿੰਗਾਰ ਕੀਤਾ ਹੋਇਆ ਤਨ ਦੇ ਉੱਤੇ, ਤਾਂ ਹੀ ਬਣਿਆ, ਤਾਂ ਹੀ ਫੱਬਿਆ ਹੈ, ਤਾਂ ਹੀ ਉਹ ਸਫਲਾ ਹੈ ਜੇ ਰਾਮ ਵੀ ਮਨ ਵਿੱਚ ਵਸਿਆ ਹੋਇਆ ਹੈ। ਤਾਂ ਭਾਈ ਉਹ ਬੁੱਧੀ ਸਫਲੀ ਹੈ, ਤਾਂ ਉਹ ਤਨ ਸਫਲਾ ਹੈ। ਗੁਰ ਸਿੱਖੋ, ਜਿਸ ਦੇ ਹਿਰਦੇ ਦੇ ਵਿੱਚ ਗੁਰੂ ਕਾ ਸ਼ਬਦ ਵਸਿਆ, ਗੁਰੂ ਕੇ ਸ਼ਬਦ ਨਾਲ ਜੁੜਨੇ ਕਰਕੇ ਹਿਰਦਾ ਰੂਪੀ ਜੋ ਕਮਲ ਫੁੱਲ ਹੈ ਇਹ ਵਿਗਸਿਆ, ਖਿੜ ਗਿਆ। ਕਮਲ ਫੁੱਲ ਖਿੜ ਗਿਆ, ਹਿਰਦਾ ਰੂਪੀ ਕਮਲ ਫੁੱਲ ਖੇੜੇ ਦੇ ਸਹਿਤ ਹੋ ਗਿਆ, ਵਿਕਾਸ ਆ ਗਿਆ ਹਿਰਦੇ ਦੇ ਵਿੱਚ, ਖੇੜਾ ਆ ਗਿਆ, ਮਨ ਖਿੜਿਆ ਹਰਿਆ ਬਾਗ ਬਣ ਗਿਆ। ਨਾਨਕ ਭਗਤਾ ਸਦਾ ਵਿਕਾਸ, ਇਹ ਵਿਕਾਸ ਦੀ ਅਵਸਥਾ, ਖੇੜੇ ਦੀ ਅਵਸਥਾ ਪ੍ਰਾਪਤ ਹੋ ਗਈ ਜਦੋਂ ਗੁਰੂ ਕੇ ਸ਼ਬਦ ਦੇ ਵਿੱਚ ਚਿੱਤ ਜੋੜਿਆ। ਜਦੋਂ ਗੁਰੂ ਕੇ ਸ਼ਬਦ ਦੇ ਵਿੱਚ ਜੁੜਿਆ ਨਾ, ਫਿਰ ਹਿਰਦਾ ਕਮਲ ਵਿਗਸਿਆ, ਖਿੜ ਗਿਆ। ਤਾਂ ਫਿਰ ਵਾਹਿਗੁਰੂ ਜੀ ਨੇ ਐਸੇ ਗੁਰਮੁਖ ਨੂੰ, ਐਸੇ ਜੀਵ ਨੂੰ ਆਪਣੀ ਭਗਤੀ ਦਾ ਭੰਡਾਰਾ ਹੀ ਸੌਂਪ ਦਿੱਤਾ ਵੀ ਆ ਸਾਰਾ ਭੰਡਾਰਾ ਹੀ ਤੂੰ ਲੈ, ਚੁੱਕ ਸਾਰਾ ਭੰਡਾਰਾ ਤੇ ਖਾਈ ਚੱਲ ਤੇ ਖਰਚੀ ਚੱਲ। ਭਗਤ ਭੰਡਾਰ, ਭਗਤੀ ਦਾ ਭੰਡਾਰਾ ਹੀ ਦੇ ਦਿੱਤਾ, ਸਾਰਾ ਖਜ਼ਾਨਾ ਹੀ ਦੇ ਦਿੱਤਾ ਵੀ ਹੁਣ ਆਪ ਵੀ ਖਾਈ ਚੱਲ ਤੇ ਅੱਗੇ ਖਰਚੀ ਵੀ ਚੱਲ। ਹੁਣ ਇਹਦੇ ਚ ਤੋਟ ਨਹੀਂ ਆਵੇਗੀ, ਘਾਟਾ ਨਹੀਂ ਆਵੇਗਾ। ਖਾਵਹਿ ਖਰਚਾ ਹੈ ਰਲ ਮਿਲ ਭਾਈ, ਖਾਵਹਿ ਖਰਚਾ ਹੈ ਰਲ ਮਿਲ ਭਾਈ, ਤੋਟ ਨ ਆਵੇ ਵੱਧ ਦੋ ਜਾਈ, ਤੋਟ ਨ ਆਵੇ ਵੱਧ ਦੋ ਜਾਈ, ਮਹਾਰਾਜ ਕਹਿੰਦੇ ਖਾਈ ਚਲੋ ਖਰਚੀ ਚਲੋ ਪਿਆਰਿਓ, ਇਹ ਚ ਘਾਟਾ ਨਹੀਂ ਆਉਣ ਲੱਗਾ, ਇਹ ਭਗਤੀ ਦਾ ਭੰਡਾਰਾ ਵੱਧਦਾ ਹੀ ਜਾਵੇਗਾ। ਅੱਜ ਸਾਧ ਸੰਗਤ ਜੀ, ਇੱਕ ਗੁਰੂ ਕੇ ਭਗਤੀ ਦੇ ਭੰਡਾਰੇ ਵਾਲੇ ਮਹਾਂਪੁਰਖ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਆਪਣੇ ਦਰੋਂ ਘਰੋਂ ਭਗਤੀ ਦਾ ਭੰਡਾਰਾ ਦਿੱਤਾ, ਉਹਨਾਂ ਦੇ 99 ਸਾਲਾ ਬਰਸ਼ੀ ਦਾ ਦਿਨ ਹੈ। ਸ੍ਰੀਮਾਨ ਸੰਤ ਬਾਬਾ ਖੁਸ਼ਹਾਲ ਸਿੰਘ ਜੀ ਦਦੇਰ ਸਾਹਿਬ ਵਾਲੇ ਮਹਾਂਪੁਰਖ, ਹਰਿਆਲੀ ਕਲਾਂ ਦੇ ਲਾਗੇ ਜੋ ਦਦੇਰ ਪਿੰਡ ਪੈਂਦਾ ਹੈ, ਉਸ ਨਗਰ ਦੇ ਉਹ ਗੁਰਮੁਖ ਪਿਆਰੇ ਮਹਾਂਪੁਰਖ ਹੋਏ ਆ ਕਿ ਉਹਨਾਂ ਦੇ ਸੰਬੰਧ ਵਿੱਚ ਵੀ ਇੱਥੇ ਕੁਝ ਬੇਨਤੀ ਦਾ ਸਾਂਝੀ ਕਰਨੀ ਚਾਹੁੰਦਾ। ਜਿਹੜਾ ਦਦੇਰ ਪਿੰਡ ਹੈ ਨਾ, ਦਦੇਰ ਤੇ ਸਰਿਆਲੀ, ਸਰਿਆਲੀ ਪਿੰਡ ਆਪਾਂ ਸਾਰੇ ਜਾਣਦੇ ਹਾਂ, ਜਿੱਥੋਂ ਦੇ ਸ੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਮਹਾਂਪੁਰਖ ਹੋਏ ਸਰਿਆਲੀ ਵਾਲੇ। ਇਹਨਾਂ ਪਿੰਡਾਂ ਦਾ ਪਿਛੋਕੜ ਐਸਾ ਹੈ ਕਿ ਦਦੇਰ ਤੇ ਸਰਿਆਲੀ ਇਹ ਚਾਚਾ ਤੇ ਭਤੀਜਾ ਸੀ। ਦਦੇਰ ਚਾਚਾ ਸੀ ਤੇ ਸਰਿਆਲੀ ਭਤੀਜਾ ਸੀ। ਇਹ ਮਾਲਵੇ ਚੋਂ ਆਏ ਸਨ, ਇੱਧਰ ਮਾਝੇ ਦੇ ਵਿੱਚ। ਤੇ ਬਜ਼ੁਰਗ ਦਦੇਰ ਨੇ ਇਹ ਨਗਰ ਦੀ ਮੋੜੀ ਗੱਡੀ ਤੇ ਨਗਰ ਵਸਾਇਆ। ਉਹਨਾਂ ਦੇ ਦਦੇਰ ਦੇ ਨਾਮ ਦੇ ਉੱਤੇ ਦਦੇਰ ਸਾਹਿਬ ਇਹ ਨਗਰ ਜਿਹੜਾ ਬਣਿਆ, ਦਦੇਰ ਪਿੰਡ ਵਸਿਆ। ਉਹਦਾ ਜੋ ਭਤੀਆ ਸੀ ਨਾ, ਸਰਿਆਲੀ ਉਹਦਾ ਨਾਂ ਸੀ, ਤੇ ਉਹ ਮੱਝਾਂ ਚਾਰਨ ਵਾਸਤੇ ਗਿਆ ਤੇ ਸ਼ਾਮਾਂ ਪੈ ਗਈਆਂ, ਹਨੇਰਾ ਹੋ ਗਿਆ। ਉਥੇ ਢਾਬ ਦੇ ਉੱਤੇ ਮੱਝਾਂ ਨੂੰ ਪਾਣੀ ਪਿਆਉਣ ਗਿਆ ਤੇ ਢਾਬ ਦੇ ਪਰਲੇ ਪਾਸੇ ਜੋਗੀਆਂ ਦਾ ਡੇਰਾ, ਨਾਥਾਂ ਦੇ। ਉਹ ਜਿਸ ਵੇਲੇ ਉਹ ਜੋਗੀਆਂ ਦੇ ਡੇਰੇ ਪਾਸ ਪਹੁੰਚਿਆ, ਗੱਲਬਾਤ ਹੋਈ ਤੇ ਉਹ ਗੋਰਖਨਾਥ ਦੇ ਚੇਲੇ ਜੋਗੀ ਨੇ ਆਖਿਆ, ਜਦੋਂ ਨਾਂ ਪੁੱਛਿਆ ਸਾਰੀ ਗੱਲਬਾਤ, ਉਹਨੇ ਆਖਿਆ ਵੀ ਸਰਿਆਲੀ ਤੇਰੇ ਨਾਂ ਉੱਤੇ ਪਿੰਡ ਵਸਾ ਦਈਏ। ਉਹਨੇ ਕਿਹਾ ਜੀ ਪਹਿਲਾਂ ਮੈਂ ਆਪਣੇ ਚਾਚਾ ਜੀ ਨੂੰ ਪੁੱਛਾਂ। ਉਹਨੇ ਕਿਹਾ ਪੁੱਛਿਆ। ਫਿਰ ਸਰਿਆਲੀ ਨੇ ਜਾ ਕੇ ਆਪਣੇ ਚਾਚੇ ਦਦੇਰ ਨੂੰ ਪੁੱਛਿਆ। ਉਹਨੇ ਕਿਹਾ ਵੀ ਭਤੀਆ ਇਹ ਬੜੀ ਚੰਗੀ ਗੱਲ ਆ, ਤੇਰੇ ਨਾਂ ਤੇ ਪਿੰਡ ਵਸ ਜਾਵੇਗਾ। ਤੇ ਫਿਰ ਉਹ ਜੋਗੀਆਂ ਨੇ ਪਿੰਡ ਵਸਾਇਆ ਸਰਿਆਲੀ ਦੇ ਨਾਂ ਤੇ, ਜਿਹਨੂੰ ਆਪਾਂ ਸਰਿਆਲੀ ਕਲਾਂ ਕਹਿੰਦੇ ਹਾਂ। ਫਿਰ ਸਰਿਆਲੀ ਪਿੰਡ ਦੇ ਵਿੱਚੋਂ ਅੱਗੇ 40 ਪਿੰਡ ਹੋਰ ਵਸੇ। ਬੜਾ ਲੰਮਾ ਚੌੜਾ ਇਤਿਹਾਸ।
ਤੇ ਦਦੇਰ ਪਿੰਡ ਦੇ ਵਿੱਚੋਂ ਵੀ ਕਈ ਪਿੰਡ ਵਸੇ। ਦਦੇਰ ਦੇ ਵਿੱਚੋਂ ਵੀ ਉਹਨਾਂ ਦੀ ਚਾਚੇ ਭਤੀਜੇ ਦੀ ਜਿਹੜੀ ਕੁਲਵਾ ਅੱਗੇ ਵਧੀ ਬਹੁਤ। ਨਰਵੜ ਪਿੰਡ ਜਿਹੜਾ ਉਹ ਦਦੇਰ ਦੇ ਵਿੱਚੋਂ ਅੱਗੇ ਜਾ ਕੇ ਵਸਿਆ। ਇਸੇ ਤਰ੍ਹਾਂ ਪੜਾਣਾ ਤੇ ਸਰਿਆਲੀ ਵਿੱਚੋਂ ਵੀ 40 ਪਿੰਡਾਂ ਦਾ ਜ਼ਿਕਰ ਆਉਂਦਾ, ਅੱਗੇ ਹੋਰ ਪਿੰਡ ਵਸੇ। ਫਿਰ ਦੋ ਭਰਾ ਹੋਏ ਦਦੇਰ ਪਿੰਡ ਦੇ ਵਿੱਚ। ਵੱਡੇ ਭਰਾ ਦਾ ਨਾਂ ਸੀ ਬਾਬਾ ਸੂਰਾ ਤੇ ਛੋਟੇ ਭਰਾ ਦਾ ਨਾਂ ਸੀ ਰਮਧੀਰ। ਤੇ ਬਾਬੇ ਸੂਰੇ ਦੇ ਘਰੇ ਅੱਗੇ ਪੁੱਤਰ ਹੋਇਆ ਇੱਕ, ਉਹਦਾ ਨਾਂ ਸੀ ਬਾਬਾ ਮੋਹਰਾ। ਤੇ ਜਿਹੜਾ ਬਾਬੇ ਸੂਰੇ ਦਾ ਛੋਟਾ ਭਰਾ ਸੀ ਨਾ ਰਮਧੀਰ, ਉਹ ਤੇ ਬਾਬੇ ਸੂਰੇ ਦਾ ਪੁੱਤਰ ਮੋਹਰਾ, ਇਹ ਦੋਵੇਂ ਗਏ ਫਿਰ ਅਨੰਦਪੁਰ ਸਾਹਿਬ। 10ਵੇਂ ਪਾਤਸ਼ਾਹ ਦੇ ਵੇਲੇ ਹੋਏ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ। ਇਹਨਾਂ ਦੋਨਾਂ ਨੇ ਵਿਸਾਖੀ ਦੇ ਦਿਹਾੜੇ ਤੇ ਅਨੰਦਪੁਰ ਸਾਹਿਬ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਤੇ ਬਾਬਾ ਰਮਧੀਰ ਤੋਂ ਬਣ ਗਿਆ ਅੰਮ੍ਰਿਤ ਛਕ ਕੇ ਰਮਧੀਰ ਸਿੰਘ, ਤੇ ਬਾਬਾ ਮੋਹਰਾ ਅੰਮ੍ਰਿਤ ਛਕ ਕੇ ਬਣ ਗਿਆ ਮੋਹਰ ਸਿੰਘ। ਫਿਰ ਇਹਨਾਂ ਨੇ ਅਨੰਦਪੁਰ ਸਾਹਿਬ ਰਹਿ ਕੇ ਦੋਵਾਂ ਨੇ ਚਾਚੇ ਭਤੀਜੇ ਨੇ ਸੇਵਾ ਕੀਤੀ। ਚਾਚਾ ਹੈ ਬਾਬਾ ਰਮਧੀਰ ਸਿੰਘ ਤੇ ਭਤੀਜਾ ਹੈ ਬਾਬਾ ਮੋਹਰ ਸਿੰਘ। ਬਹੁਤ ਸੇਵਾ ਕੀਤੀ। ਜਿਹੜਾ ਹੈ ਇਹ ਬਾਬਾ ਰਮਧੀਰ ਸਿੰਘ ਹੈ, ਇਹਨੇ 10ਮ ਪਾਤਸ਼ਾਹ ਦੇ ਯੁੱਧਾਂ ਦੇ ਵਿੱਚ ਸੇਵਾ ਕੀਤੀ। 10ਮ ਪਾਤਸ਼ਾਹ ਤੋਂ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਵੀ ਸੇਵਾਵਾਂ ਕੀਤੀਆਂ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਇਹਦੇ ਬੁੱਢੇ ਦਲ ਨਾਲ ਮਿਲ ਕਰਕੇ ਵੀ ਸੇਵਾਵਾਂ ਕੀਤੀਆਂ। ਤੇ ਬਾਬਾ ਮੋਹਰ ਸਿੰਘ ਉਹ ਹੌਲੀ ਉਮਰ ਦੇ ਵਿੱਚ ਸਨ, ਚੜ੍ਹਦੀ ਜਵਾਨੀ, ਜਦੋਂ ਅੰਮ੍ਰਿਤ ਛਕਿਆ ਉਹਨਾਂ ਨੇ। ਤੇ ਉਹਨਾਂ ਦੀ ਇੱਛਾ ਸੀ ਵੀ ਕਿਸੇ ਦਿਨ ਮੌਕਾ ਬਣੇ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਗੱਲਬਾਤ ਕਰੀਏ, ਗੁਰੂ ਸਾਹਿਬ ਨੂੰ ਬੇਨਤੀ ਕਰੀਏ, ਮਹਾਰਾਜ ਦਾ ਬਚਨ ਸੁਣੀਏ। ਤੇ ਸਮਾਂ ਲੰਘਦਾ ਗਿਆ, ਨਾ ਸਮਾਂ ਬਣਿਆ। ਇੱਕ ਦਿਨ ਸੇਵਾ ਕਰ ਰਹੇ ਸੀ ਤੇ ਕਲਗੀਧਰ ਪਾਤਸ਼ਾਹ ਪਾਸ ਆ ਖਲੋਤੇ। ਕਹਿਣ ਲੱਗੇ, ਕਾਕਾ ਤੇਰਾ ਨਾਂ ਕੀ ਆ? ਆਖਿਆ, ਮਹਾਰਾਜ ਮੇਰਾ ਨਾਂ ਮੋਹਰ ਸਿੰਘ। ਤੇਰਾ ਪਿੰਡ ਕਿਹੜਾ? ਜੀ ਮੈਂ ਦਦੇਰ ਤੋਂ ਆਇਆ, ਮਾਝੇ ਦੇ ਵਿੱਚ ਦਦੇਰ ਸਾਹਿਬ ਪਿੰਡ। ਕਹਿਣ ਲੱਗੇ, ਤੁਸੀਂ ਭਰਾ ਕਿੰਨੇ ਹੋ ਤੇ ਤੇਰੇ ਬੱਚੇ ਕਿੰਨੇ ਆ? ਤੇ ਕਹਿਣ ਲੱਗਾ, ਮਹਾਰਾਜ ਮੈਂ ਤਾਂ ਕੱਲਾ ਹੀ ਆ, ਤੇ ਮੇਰੇ ਪਿਤਾ ਜੀ ਹੋਣੀ 2 ਭਰਾ ਸੀ, ਜੋ ਮੇਰੇ ਚਾਚਾ ਜੀ ਆ, ਉਹ ਅਸੀਂ ਇਕੱਠੇ ਇੱਥੇ ਆਏ ਆ ਤੇ ਆਪ ਜੀ ਦੀ ਮਹਾਰਾਜ ਸਿੱਖੀ ਪ੍ਰਾਪਤ ਕੀਤੀ ਆ। ਮੇਰੇ ਚਾਚਾ ਜੀ ਬਾਬਾ ਰਮਧੀਰ ਸਿੰਘ ਜੀ, ਉਹਨਾਂ ਨੇ ਵੀ ਅੰਮ੍ਰਿਤ ਛਕਿਆ ਆਪ ਜੀ ਦੇ ਪਾਸੋਂ ਆ ਕੇ। ਮੈਂ ਵੀ ਆਪ ਜੀ ਦਾ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਆਪ ਜੀ ਦੀ ਸਿੱਖੀ ਪ੍ਰਾਪਤ ਕੀਤੀ। ਪਰ ਇਹ ਮੇਰੇ ਪਿਤਾ ਜੀ ਹੋਣੀ 2 ਭਰਾ ਵਾ, ਉਦੋਂ ਪਹਿਲੋਂ ਮਹਾਰਾਜ ਇਕੱਲੇ ਹੀ ਰਹਿੰਦੇ ਰਹੇ ਆ, ਦਾਦੇ ਪੜਦਾਦੇ ਇੱਕੋ ਹੀ ਹੋਇਆ, ਤੇ ਮੈਂ ਵੀ ਇਕੱਲਾ ਹੀ ਆ। ਤੇ 10ਵੇਂ ਪਾਤਸ਼ਾਹ ਖੁਸ਼ ਹੋਏ ਤੇ ਕਹਿਣ ਲੱਗੇ, ਮੋਹਰ ਸਿੰਘਾ, ਜਿਹਨੂੰ ਬੇਨਤੀ ਕੀਤੀ, ਮਹਾਰਾਜ ਮੈਂ ਇਕੱਲਾ ਹੀ ਆ ਤੇ ਮੇਰਾ ਵਿਆਹ ਨਹੀਂ ਹੋਇਆ। ਤੇ ਮਹਾਰਾਜ ਹੱਸ ਕੇ ਕਹਿਣ ਲੱਗੇ, ਤੇਰਾ ਵਿਆਹ ਵੀ ਹੋ ਜਾਵੇਗਾ, ਬੜੇ ਚੰਗੇ ਘਰੇ ਹੋਵੇਗਾ ਵਿਆਹ, ਤੇਰੇ ਘਰੇ 5 ਪੁੱਤਰ ਹੋਣਗੇ। ਮੋਹਰ ਸਿੰਘ ਨੂੰ ਆਖਿਆ। ਫਿਰ ਉਸ ਬਾਬੇ ਮੋਹਰ ਸਿੰਘ ਦੇ ਘਰ ਦੇ ਵਿੱਚ 5 ਪੁੱਤਰ ਹੋਏ। ਸਾਧ ਸੰਗਤ, ਦਦੇਰ ਸਾਹਿਬ ਦੇ ਰਹਿਣ ਵਾਲੇ ਬਾਬੇ ਮੋਹਰ ਸਿੰਘ ਦੇ ਘਰ ਦੇ ਵਿੱਚ 5 ਪੁੱਤਰ ਹੋਏ। ਸਭ ਤੋਂ ਵੱਡੇ ਸਨ ਬਾਬਾ ਸੋਭਾ ਸਿੰਘ ਜੀ, ਉਹਨਾਂ ਦੇ ਪੁੱਤਰ। ਦੂਜੇ ਸੀ ਬਾਬਾ ਜੋਗਾ ਸਿੰਘ ਜੀ, ਤੀਜੇ ਬਾਬਾ ਤੇਗਾ ਸਿੰਘ ਜੀ, ਤੇ ਚੌਥੇ ਬਾਬਾ ਮੇਘ ਸਿੰਘ ਜੀ, ਤੇ 5ਵੇਂ ਬਾਬਾ ਬੋਗ ਸਿੰਘ ਜੀ। ਤੇ ਮਹਾਨ ਕਰਨੀ ਕਮਾਈ ਵਾਲੇ 5 ਪੁੱਤਰ ਹੋਏ ਬਾਬੇ ਮੋਹਰ ਸਿੰਘ ਦੇ 10ਵੇਂ ਪਾਤਸ਼ਾਹ ਦੇ ਬਚਨਾਂ ਨਾਲ। ਜਿਹੜੇ ਸਭ ਤੋਂ ਪਹਿਲੇ ਸੀ ਨਾ ਬਾਬਾ ਸੋਭਾ ਸਿੰਘ ਜੀ, ਇਹਨਾਂ ਨੇ ਮਿਸਰ ਆਲੂਵਾਲੀਏ ਦੇ ਵਿੱਚ ਰਹਿ ਕਰਕੇ ਮਹਾਨ ਪੰਥ ਦੀ ਸੇਵਾ ਕੀਤੀ। ਜਿਹੜੇ ਦੂਸਰੇ ਸਨ ਬਾਬਾ ਜੋਗਾ ਸਿੰਘ ਜੀ,
ਉਹਨਾਂ ਨੇ ਬਾਬਾ ਫੂਲਾ ਸਿੰਘ ਜੀ ਅਕਾਲੀ ਦੇ ਜਥੇ ਵਿੱਚ ਸ਼ਾਮਲ ਹੋ ਕਰਕੇ ਮਹਾਨ ਖੰਡਾ ਖੜਕਾਇਆ, ਮਹਾਨ ਸੇਵਾ ਕੀਤੀ ਪੰਥ ਦੀ। ਜਿਹੜੇ ਤੀਜੇ ਸਨ ਬਾਬਾ ਤੇਗਾ ਸਿੰਘ, ਉਹ ਸਰਦਾਰ ਹਰੀ ਸਿੰਘ ਨਲੂਏ ਦੇ ਜਥੇ ਵਿੱਚ ਭਰਤੀ ਹੋ ਕਰਕੇ ਉਹਨਾਂ ਨੇ ਸੇਵਾ ਕੀਤੀ। ਤੇ ਜਦੋਂ ਜਮਰੌਦ ਦੇ ਵਿੱਚ ਸਰਦਾਰ ਹਰੀ ਸਿੰਘ ਨਲੂਆ ਜੀ ਨੇ ਚੜ੍ਹਾਈ ਕੀਤੀ ਤੇ ਉੱਥੇ ਸ਼ਹਾਦਤ ਪ੍ਰਾਪਤ ਕੀਤੀ, ਉੱਥੇ ਹੀ ਬਾਬਾ ਤੇਗਾ ਸਿੰਘ ਜੀ ਨੇ, ਬਾਬਾ ਮੋਹਰ ਸਿੰਘ ਦੇ ਇਹ ਤੀਜੇ ਪੁੱਤਰ ਨੇ ਸ਼ਹਾਦਤ ਪ੍ਰਾਪਤ ਕੀਤੀ। ਸਰਦਾਰ ਹਰੀ ਸਿੰਘ ਨਲੂਏ ਦੇ ਨਾਲ ਸੇਵਾ ਨਿਭਾਉਂਦਿਆਂ ਹੋਇਆਂ। ਔਰ ਇਸੇ ਤਰ੍ਹਾਂ ਜਿਹੜੇ ਵੱਡੇ ਪੁੱਤਰ ਸੀ ਨਾ ਬਾਬਾ ਮੋਹਰ ਸਿੰਘ ਦੇ, ਸਭ ਤੋਂ ਪਹਿਲੇ ਬਾਬਾ ਸੋਭਾ ਸਿੰਘ ਜੀ, ਉਹਨਾਂ ਦੇ ਅੱਗੇ 3 ਪੁੱਤਰ ਹੋਏ, ਬਾਬਾ ਦੂਲਾ ਸਿੰਘ ਜੀ, ਬਾਬਾ ਦੇਵਾ ਸਿੰਘ ਜੀ ਤੇ ਬਾਬਾ ਜਵਾਲਾ ਸਿੰਘ ਜੀ। ਜਿਹੜੇ ਬਾਬਾ ਦੂਲਾ ਸਿੰਘ ਜੀ ਪੁੱਤਰ ਹੋਏ ਨਾ, ਬਾਬੇ ਮੋਹਰ ਸਿੰਘ ਦੇ ਪੋਤਰੇ, ਉਹ ਵੀ ਆਪਣੇ ਚਾਚੇ ਬਾਬਾ ਤੇਗਾ ਸਿੰਘ ਜੀ ਦੇ ਨਾਲ ਸਰਦਾਰ ਹਰੀ ਸਿੰਘ ਨਲੂਏ ਦੀ ਕਮਾਨ ਹੇਠ ਉਹਨਾਂ ਨੇ ਜਮਰੌਦ ਦੀ ਜੰਗ ਲੜੀ। ਉੱਥੇ ਤੋਪਾਂ ਚਲਾਉਂਦੇ ਰਹੇ, ਉੱਥੇ ਸੇਵਾ ਕਰਦੇ ਰਹੇ। ਤੇ ਐਸਾ ਲਿਖਿਆ ਹੈ ਕਿ ਬਾਬੇ ਦੂਲਾ ਸਿੰਘ ਨੇ ਨਾਲ ਸਿੰਘਾਂ ਨੇ ਮਿਲ ਕਰਕੇ ਸਰਦਾਰ ਹਰੀ ਸਿੰਘ ਨਲੂਏ ਦਾ ਅੰਤਮ ਸੰਸਕਾਰ ਕੀਤਾ। ਜਦੋਂ ਸਰਦਾਰ ਹਰੀ ਸਿੰਘ ਨਲੂਏ ਦਾ ਸੰਸਕਾਰ ਕੀਤਾ ਨਾ, ਉਹਨਾਂ ਦੀ ਚਿਖਾ ਤਿਆਰ ਕੀਤੀ ਗਈ। ਸਰਦਾਰ ਹਰੀ ਸਿੰਘ ਨਲੂਏ ਦੇ ਨਾਲ ਹੀ ਆਪਣੇ ਚਾਚਾ ਬਾਬਾ ਤੇਗਾ ਸਿੰਘ ਜੀ ਦੇ ਪਵਿੱਤਰ ਸਰੀਰ ਨੂੰ ਨਾਲ ਪਾਇਆ ਤੇ 3 ਸਿੰਘਾਂ ਦੇ ਹੋਰ ਸਰੀਰ ਨਾਲ ਪਾਏ। 5 ਸਿੰਘਾਂ ਦਾ ਇਕੱਠਾ ਅੰਤਮ ਸੰਸਕਾਰ ਕੀਤਾ ਗਿਆ ਸਰਦਾਰ ਹਰੀ ਸਿੰਘ ਨਲੂਏ ਜੀ ਦਾ। ਇਸ ਤਰ੍ਹਾਂ ਇਹ ਤੀਜੇ ਸਨ। ਤੇ ਚੌਥੇ ਸੀਗੇ ਪੁੱਤਰ ਉਹਨਾਂ ਦੇ ਬਾਬਾ ਮੇਘ ਸਿੰਘ ਜੀ ਤੇ 5ਵੇਂ ਬਾਬਾ ਭੋਗ ਸਿੰਘ ਜੀ। ਜਿਹੜਾ ਬਾਬਾ ਮੇਘ ਸਿੰਘ ਜੀ ਹੋਏ ਨਾ, ਬਾਬੇ ਮੇਘ ਸਿੰਘ ਦੇ ਅੱਗੇ ਫਿਰ 5 ਪੁੱਤਰ ਹੋਏ ਸਾਧ ਸੰਗਤ। ਬਾਬਾ ਆਲਾ ਸਿੰਘ ਜੀ, ਬਾਬਾ ਨਿਹਾਲ ਸਿੰਘ ਜੀ, ਬਾਬਾ ਮਾਲਾ ਸਿੰਘ ਜੀ, ਬਾਬਾ ਖੁਸ਼ਹਾਲ ਸਿੰਘ ਜੀ ਤੇ ਬਾਬਾ ਦਿਆਲ ਸਿੰਘ ਜੀ। ਤੇ ਅੱਜ ਉਸ ਬਾਬੇ ਖੁਸ਼ਹਾਲ ਸਿੰਘ ਦੀ 99 ਸਾਲਾ ਬਰਸੀ ਦਦੇਰ ਨਗਰ ਦੇ ਵਿੱਚ ਮਨਾਈ ਜਾ ਰਹੀ। ਤੇ ਬਾਬਾ ਖੁਸ਼ਹਾਲ ਸਿੰਘ ਜੀ ਸੰਤ ਬਾਬਾ ਵਿਸਾਖਾ ਸਿੰਘ ਜੀ ਦੇ ਤਾਇਆ ਜੀ ਸਨ, ਸਤਿਕਾਰਯੋਗ। ਤੇ ਬਹੁਤਿਆਂ ਨੂੰ ਨਹੀਂ ਪਤਾ ਹੋਵੇਗਾ, ਇਤਿਹਾਸ ਪੜ੍ਹਨ ਸੁਣਨ ਵਾਲਿਆਂ ਨੂੰ ਪਤਾ ਹੋਵੇਗਾ ਕਿ ਸੰਤ ਬਾਬਾ ਵਿਸਾਖਾ ਸਿੰਘ ਜੀ ਕੌਣ ਹੋਏ ਆ। ਉਹ ਮਹਾਨ ਕਦਰੀ ਮਹਾਂਪੁਰਖ ਹੋਏ ਜਿਨ੍ਹਾਂ ਨੂੰ ਦੇਸ਼ ਭਗਤ ਆਖਿਆ ਜਾਂਦਾ, ਜਿਨ੍ਹਾਂ ਨੇ ਅੰਗਰੇਜ਼ ਦਾ ਜ਼ੁਲਮ ਨਾ ਝੱਲਦਿਆਂ ਹੋਇਆਂ ਗਦਰ ਲਹਿਰ ਦੇ ਮੋਢੀ ਸਨ ਸੰਤ ਬਾਬਾ ਵਿਸਾਖਾ ਸਿੰਘ ਜੀ। ਤੇ ਬਾਬੇ ਮੇਘ ਸਿੰਘ ਦੇ ਪੋਤਰੇ ਸਨ ਤੇ ਬਾਬੇ ਮੋਹਰ ਸਿੰਘ ਦੇ ਪੜਪੋਤਰੇ ਸਨ। ਜਿਸ ਬਾਬੇ ਮੋਹਰ ਸਿੰਘ ਨੂੰ ਕਲਗੀਧਰ ਪਾਤਸ਼ਾਹ ਨੇ ਆਖਿਆ ਤੁਹਾਡੇ ਘਰੇ 5 ਪੁੱਤਰ ਹੋਣਗੇ ਤੇ ਤੁਹਾਡੀ ਪੀੜ੍ਹੀ ਦੇ ਵਿੱਚ ਭਗਤੀ ਵੀ ਰਵੇਗੀ ਤੇ ਸਿੱਖੀ ਵੀ ਰਵੇਗੀ। ਉਸ ਸੰਤ ਬਾਬਾ ਵਿਸਾਖਾ ਸਿੰਘ ਜੀ, ਉਹ ਬਾਬਾ ਦਿਆਲ ਸਿੰਘ ਜੀ ਦੇ ਪੁੱਤਰ ਸਨ ਸੰਤ ਬਾਬਾ ਵਿਸਾਖਾ ਸਿੰਘ। ਤੇ ਉਹਨਾਂ ਦੇ ਤਾਇਆ ਜੀ ਸਨ ਸੰਤ ਬਾਬਾ ਖੁਸ਼ਹਾਲ ਸਿੰਘ ਜੀ। ਤੇ ਜਦੋਂ ਉਹਨਾਂ ਦਾ ਜੀਵਨ ਪੜ੍ਹੀਏ ਤੇ ਇੰਨਾ ਉੱਚਾ ਸੁੱਚਾ ਜੀਵਨ, ਵੇਖੋ ਸਾਰੀ ਪੀੜ੍ਹੀ ਕਿੰਨੀ ਉੱਚੀ ਸੁੱਚੀ। ਜਿਸ ਬਾਬੇ ਸੂਰੇ ਦਾ ਜ਼ਿਕਰ ਆਇਆ ਨਾ ਆਰੰਭ ਦੇ ਵਿੱਚ, ਜਿਹਦੇ ਪੁੱਤਰ ਸਨ ਬਾਬਾ ਮੋਹਰਾ ਸਿੰਘ ਜੀ, ਬਾਬਾ ਮੋਹਰ ਸਿੰਘ ਜੀ, ਉਸ ਬਾਬੇ ਸੂਰੇ ਦੇ ਨਾਂ ਉੱਤੇ ਦਦੇਰ ਪਿੰਡ ਦੇ ਵਿੱਚ ਸੂਰੇ ਕੀ ਪੱਤੀ ਵਸਦੀ ਹੈ। ਉਹ ਪੱਤੀ ਦਾ ਨਾਂ ਹੈ, ਪਿੰਡਾਂ 'ਚ ਪੱਤੀਆਂ ਹੁੰਦੀਆਂ ਨਾ, ਤੇ ਉਹ ਪੱਤੀ ਦਾ ਨਾਂ ਹੀ ਸੂਰੇ ਕੀ ਪੱਤੀ ਹੈ, ਸੰਤ ਬਾਬਾ ਵਿਸਾਖਾ ਸਿੰਘ ਜੀ ਦੇ ਵੱਡੇ ਬਜ਼ੁਰਗਾਂ ਦੇ ਨਾਂ ਤੇ। ਤੇ ਸੰਤ ਬਾਬਾ ਵਿਸਾਖਾ ਸਿੰਘ ਜੀ ਨੇ ਵੀ ਬਹੁਤ ਘਾਲਣਾ ਘਾਲੀ। ਉਹਨਾਂ ਦਿਨਾਂ ਵਿੱਚ ਜਾ ਕਰਕੇ ਅਮਰੀਕਾ ਦੇ ਵਿੱਚ ਗੁਰਦੁਆਰਾ ਸਾਹਿਬ ਬਣਾਇਆ ਸੀ ਸੰਤ ਬਾਬਾ ਵਿਸਾਖਾ ਸਿੰਘ ਜੀ। ਉਹਨਾਂ ਦਿਨਾਂ ਦੇ ਵਿੱਚ ਅਮਰੀਕਾ ਦੇ ਵਿੱਚ ਮਹਾਰਾਜ ਦੇ ਸਰੂਪ ਇੱਧਰੋਂ ਉੱਥੇ ਲੈ ਕਰਕੇ ਜਾਣੇ, ਫਿਰ ਉੱਧਰੋਂ ਹੀ ਗਦਰ ਲਹਿਰ ਨੂੰ ਆਰੰਭ ਕਰਨਾ ਸ਼ੁਰੂ ਕਰਨਾ। ਇੱਧਰ ਆ ਕਰਕੇ ਕਰਤਾਰ ਸਿੰਘ ਸਰਾਭਾ, ਸੋਹਣ ਸਿੰਘ ਭਕਣਾ, ਇਹ ਸਾਰੇ ਇਹਨਾਂ ਦੇ ਇਕੱਠਾ ਹੀ ਜਥਾ ਸੀਗਾ। ਤੇ ਉਸ ਵੇਲੇ ਅੰਗਰੇਜ਼ ਦੇ ਨਾਲ ਇਹਨਾਂ ਨੇ ਡਟ ਕੇ ਮੁਕਾਬਲਾ ਕੀਤਾ। ਕਾਲੇ ਪਾਣੀ ਦੀ ਜੇਲ੍ਹ ਵੀ ਝੱਲੀ ਸੰਤ ਬਾਬਾ ਵਿਸਾਖਾ ਸਿੰਘ। ਤੇ ਸੰਤ ਬਾਬਾ ਖੁਸ਼ਹਾਲ ਸਿੰਘ ਜੀ ਤੋਂ ਹੀ ਉਹਨਾਂ ਨੇ ਗੁਰਬਾਣੀ ਦੀ ਸੰਥਿਆ ਕੀਤੀ। ਤੇ ਇੱਕ ਦਿਨ ਆਨੰਦ ਸਾਹਿਬ ਦੀ ਬਾਣੀ ਦੀ ਸੰਥਿਆ ਕਰ ਰਹੇ ਸੀ। ਬਾਬਾ ਵਿਸਾਖਾ ਸਿੰਘ ਜੀ ਸੰਤ ਖੁਸ਼ਹਾਲ ਸਿੰਘ ਜੀ ਉਹਨਾਂ ਦੇ ਤਾਇਆ ਜੀ ਸਨ ਸਕੇ। ਉਹਨਾਂ ਨੂੰ ਤਾਇਆ ਜੀ ਨਹੀਂ ਸੀ ਕਹਿੰਦੇ, ਬਾਬਾ ਜੀ ਕਹਿ ਕੇ ਬੁਲਾਉਂਦੇ ਸਨ। ਤੇ ਉਹਨਾਂ ਦੇ ਬਾਬਾ ਵਿਸਾਖਾ ਸਿੰਘ ਜੀ
ਉਹ ਭਤੀਏ ਲੱਗਦੇ ਸਨ, ਪਰ ਉਹ ਭਾਈ ਜੀ ਕਹਿ ਕੇ ਬੁਲਾਉਂਦੇ ਸਨ ਇਹਨਾਂ। ਆਨੰਦ ਸਾਹਿਬ ਦੀ ਬਾਣੀ ਦੀ ਸੰਥਿਆ ਕਰ ਰਹੇ ਤੇ ਜਦੋਂ ਇਹ ਪੰਕਤੀ ਆਈ ਨਾ, 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ, ਕਹਿੰਦੇ ਬਾਬਾ ਜੀ ਇਹ ਕੀ ਆ 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ? 10ਵਾਂ ਗੁਪਤ ਕੀ ਹੁੰਦਾ, ਇਹਦੇ ਬਾਰੇ ਦੱਸੋ। ਉਹ ਕਹਿੰਦੇ ਭਜੰਗੀਆ ਕੋਨੀ ਤੂੰ ਗੁਰਬਾਣੀ ਪੜ੍ਹ, ਸੰਥਿਆ ਕਰ, ਤੇ ਬਾਅਦ 'ਚ ਦੱਸਾਂਗੇ, ਵਿਹਲੇ ਸਨ। ਕੁਝ ਦਿਨ ਲੰਘ ਗਏ, ਫੇਰ ਛੋਟੀ ਉਮਰ ਸੀ ਉਦੋਂ, ਹਾਲੇ ਸੰਤ ਬਾਬਾ ਵਿਸਾਖਾ ਸਿੰਘ ਜੀ, ਉਸ ਦੇਸ਼ ਭਗਤ ਮਹਾਂਪੁਰਖ ਦੀ, ਮਹਾਨ ਸੂਰਬੀਰ ਦੀ, ਫੇਰ ਕੋਈ ਦਿਨਾਂ ਬਾਅਦ ਆਖਿਆ ਕਿ ਬਾਬਾ ਜੀ ਇਹ 10ਵਾਂ ਗੁਪਤ ਰਖਾਇਆ ਦੱਸੋ। 10ਵਾਂ ਗੁਪਤ ਰਖਾਇਆ ਕੀ ਹੈ? ਕਹਿੰਦੇ ਭਜੰਗੀਆ ਹਲੇ ਨਹੀਂ ਸਮਾਂ, ਫਿਰ ਦੱਸਾਂਗੇ। ਕਿੰਨਾ ਸਮਾਂ ਲੰਘ ਗਿਆ, ਫਿਰ ਕਹਿੰਦੇ ਇੱਕ ਦਿਨ ਬਾਬਾ ਜੀ ਨੇ ਆਪਣੇ ਪਾਸ ਬਿਠਾ ਕੇ ਤੇ ਨਾਮ ਜਪਣ ਦੀ ਜੁਗਤੀ ਦੱਸੀ ਸੰਤ ਬਾਬਾ ਖੁਸ਼ਹਾਲ ਸਿੰਘ ਜੀ ਨੇ, ਤੇ ਫਿਰ ਉਹ ਨਾਮ ਦੀ ਬਰਕਤ ਦੇ ਨਾਲ 10ਵਾਂ ਗੁਪਤ, ਜੋ 10ਵਾਂ ਦੁਆਰ ਗੁਪਤ ਪਰਮੇਸ਼ਰ ਨੇ ਰੱਖਿਆ ਹੈ, ਉਹ ਫਿਰ ਸਾਰਾ ਕੁਝ ਵੇਖਿਆ, ਆਨੰਦ ਮਾਣਿਆ। ਤੇ ਉਹ ਮਹਾਂਪੁਰਖ ਸੰਤ ਬਾਬਾ ਖੁਸ਼ਹਾਲ ਸਿੰਘ ਜੀ, ਉਹਨਾਂ ਦੇ ਬਾਰੇ ਬਾਬਾ ਵਿਸਾਖਾ ਸਿੰਘ ਜੀ ਨੇ ਕਵਿਤਾ ਦੇ ਰੂਪ ਦੇ ਵਿੱਚ ਹੀ ਉਹਨਾਂ ਦਾ ਜੀਵਨ ਵੀ ਲਿਖਿਆ, ਆਪਣਾ ਵੀ ਸਾਰਾ ਲਿਖਿਆ। ਆ ਜਿੰਨੀਆਂ ਬੇਨਤੀਆਂ ਕੀਤੀਆਂ ਨਾ ਬਾਬਾ ਜੀ ਦੇ ਜੀਵਨ ਦੀਆਂ, ਸੰਤ ਬਾਬਾ ਵਿਸਾਖਾ ਸਿੰਘ ਜੀ ਨੇ ਲਿਖਿਆ ਸਾਰਾ ਕੁਝ ਕਵਿਤਾ ਰੂਪ ਦੇ ਵਿੱਚ। ਤੇ ਉਹ ਥੋੜਾ ਸਮਾਂ ਹੀ ਹੋਇਆ, ਉਹ ਸ਼੍ਰੋਮਣੀ ਕਮੇਟੀ ਵੱਲੋਂ ਕਿਤਾਬ ਛਾਪੀ ਗਈ ਹੈ ਸੰਤ ਬਾਬਾ ਵਿਸਾਖਾ ਸਿੰਘ ਜੀ ਦੇ ਜੀਵਨ ਦੀ। ਤਾਂ ਸੰਤ ਬਾਬਾ ਖੁਸ਼ਹਾਲ ਸਿੰਘ ਜੀ, ਉਹਨਾਂ ਨੇ ਅੰਗਰੇਜ਼ ਦੇ ਰਾਜ ਸਮੇਂ ਕੋਈ ਸਮਾਂ ਨੌਕਰੀ ਵੀ ਕੀਤੀ, 5 ਸਾਲ ਨੌਕਰੀ ਕੀਤੀ, ਫਿਰ ਚੇਤੋ ਪ੍ਰਾਮ ਹੋ ਗਿਆ ਤੇ ਵਾਪਸ ਘਰੇ ਆ ਗਏ। ਉਹਨਾਂ ਦੇ ਵੱਡੇ ਭਰਾਤਾ ਬਾਬਾ ਮਾਲਾ ਸਿੰਘ ਜੀ, ਉਹ ਵੀ ਨੌਕਰੀ ਕਰਦੇ ਸਨ, ਉਧਰੋਂ ਆਏ, ਪਿੰਡ ਦਦੇਰ ਵਿੱਚ ਆਏ, ਤੇ ਆਪਣੇ ਇਹ ਛੋਟੇ ਭਰਾ ਬਾਬਾ ਖੁਸ਼ਹਾਲ ਸਿੰਘ ਜੀ ਨੂੰ ਨਾਲ ਲੈ ਕਰਕੇ ਤੇ ਪਿੰਡੋਂ ਬਾਹਰ ਨੂੰ ਚਲੇ ਗਏ। ਪਿੰਡ ਬਾਰ-ਬਾਰ ਜਾ ਕਰਕੇ ਕਹਿਣ ਲੱਗੇ, ਬਾਬਾ ਅੱਲਾ ਸਿੰਘ ਜੀ, ਵਾਹਿਗੁਰੂ ਮਾਲਾ ਸਿੰਘ ਜੀ, ਤਾਂ ਉਹਨਾਂ ਨੇ ਬਾਹਰ ਜਾ ਕੇ ਆਖਿਆ ਕਿ ਖੁਸ਼ਹਾਲ ਸਿੰਘਾ, ਮੇਰਾ ਜਿਹੜਾ ਜੀਵਨ ਹੈ ਹੁਣ 6 ਮਹੀਨੇ ਰਹਿ ਗਿਆ, 6 ਮਹੀਨਿਆਂ ਬਾਅਦ ਇਹ ਸਰੀਰ ਛੁੱਟ ਜਾਣਾ, ਤੇ ਤੁਸੀਂ ਕੋਈ ਕਿਸੇ ਤਰ੍ਹਾਂ ਦਾ ਗਮ ਨਹੀਂ ਕਰਨਾ। ਇਹ ਸਾਰੀ ਗੱਲਬਾਤ ਦੱਸ ਕੇ ਤੇ ਬਾਬੇ ਖੁਸ਼ਹਾਲ ਸਿੰਘ ਨੂੰ ਗਲਵੱਕੜੀ ਪਾ ਕੇ ਤੇ ਚਲੇ ਜਾਂਦੇ ਫੌਜ ਦੇ ਵਿੱਚ। ਉੱਥੇ ਰਹਿੰਦੇ ਹੀ ਜਿੱਦਣ ਕਹਿੰਦੇ ਸਰੀਰ ਤਿਆਗਿਆ ਸੀ, ਅੰਮ੍ਰਿਤ ਵੇਲੇ ਸਰੀਰ ਉਹਨਾਂ ਨੇ ਕੇਸੀ ਇਸ਼ਨਾਨ ਕੀਤਾ, ਨਾਮ ਜਪਿਆ ਤੇ ਚੌਂਕੜਾ ਲਾਇਆ, ਤੇ ਚੌਂਕੜਾ ਲਾ ਕੇ ਸਰੀਰ ਤਿਆਗ ਦਿੱਤਾ। ਵੇਖੋ ਕੈਸੀ ਕਰਨੀ ਕਮਾਈ ਵਾਲੇ ਉਹ ਗੁਰਮੁਖ ਸਨ। ਇਸੇ ਤਰ੍ਹਾਂ ਹੀ ਇਹ ਸੰਤ ਬਾਬਾ ਖੁਸ਼ਹਾਲ ਸਿੰਘ ਜੀ, ਇਹਨਾਂ ਦੇ ਜੀਵਨ ਦੇ ਬਹੁਤ ਜ਼ਿਕਰ ਜਿਹੜਾ ਵਾ, ਕਿਉਂਕਿ ਉਹ ਗ੍ਰਸਤ ਵਿੱਚ ਰਹਿੰਦੇ ਆ, ਪਰਿਵਾਰ ਵਿੱਚ ਰਹਿੰਦੇ ਆ, ਆਪਣੇ ਆਪ ਨੂੰ ਬਹੁਤ ਛਿਪਾ ਕੇ ਰੱਖਦੇ ਸਨ। ਇੱਕ ਦਿਨ ਜਦੋਂ ਬਾਬਾ ਵਿਸਾਖਾ ਸਿੰਘ ਜੀ ਦਾ ਵਿਆਹ ਹੋ ਗਿਆ ਨਾ, ਵਿਆਹ ਤੋਂ ਬਾਅਦ ਰੋਜ਼ ਰਾਤ ਨੂੰ ਕਹਿੰਦੇ ਜਦੋਂ ਦੁਨੀਆ ਟਿਕਦੀ ਹੈ, ਕਹਿੰਦੇ ਸਾਰੇ ਕਹਿੰਦੇ ਨਾ ਵੀ ਹੁਣ ਟਿਕ ਜੀਏ, ਸ਼ਾਮਾਂ ਨੂੰ ਰਾਤ ਨੂੰ ਪ੍ਰਸ਼ਾਦਾ ਪਾਣੀ ਛਕ ਕੇ। ਤੇ ਉਹ ਬਾਬਾ ਜੀ ਦੇ ਜੀਵਨ 'ਚ ਬੜੇ ਸੋਹਣੇ ਬਚਨ ਲਿਖੇ, ਕਹਿੰਦੇ ਸਾਰੇ ਕਹਿੰਦੇ ਵੀ ਹੁਣ ਟਿਕਣ ਦਾ ਸਮਾਂ ਹੋ ਗਿਆ, ਟਿਕ ਜੀਏ। ਵੀ ਸੌਣ ਨੂੰ ਲੋਕ ਟਿਕਣਾ ਹੀ ਕਹਿੰਦੇ ਆ ਨਾ ਰਾਤ ਨੂੰ, ਕਿ ਹੁਣ ਟਿਕ ਜੀਏ। ਕਹਿੰਦੇ ਪਰ ਟਿਕਦਾ ਕੋਈ ਆ, ਟਿਕਦਾ ਨਹੀਂਗਾ ਕੋਈ। ਵੀ ਟਿਕਣਾ ਤੇ ਇਹ ਹੁੰਦਾ ਵੀ ਭੱਜ ਦੌੜ ਮਨ ਦੀ ਮੁੱਕ ਜਾਵੇ। ਉਸ ਵੇਲੇ ਕਹਿੰਦੇ ਵੀ ਜਦੋਂ ਦੁਨੀਆ ਟਿਕੀ ਹੈ, ਭਾਵ ਸੁੱਤੇ ਪਏ ਸਾਰੇ ਤੇ ਬੈਠੇ ਹੋਏ ਆ ਸੰਤ ਬਾਬਾ ਖੁਸ਼ਹਾਲ ਸਿੰਘ ਜੀ, ਤੇ ਨਾਲ ਸਾਹਮਣੇ ਬੈਠੇ ਆ ਸੰਤ ਬਾਬਾ ਵਿਸਾਖਾ ਸਿੰਘ ਜੀ। ਸਿਮਰਨ ਭਜਨ ਦੀ ਗੱਲਬਾਤ ਰੋਜ਼ ਚੱਲਦੀ ਹੈ, ਤੇ ਜਾਣ ਲੱਗੇ ਉੱਠ ਕੇ ਆਪਣੇ ਘਰ ਨੂੰ ਬਾਬਾ ਵਿਸਾਖਾ ਸਿੰਘ ਜੀ। ਤੇ ਸੰਤ ਖੁਸ਼ਹਾਲ ਸਿੰਘ ਨੇ ਆਖਿਆ ਕਿ ਭਾਈ ਜੀ, ਆਪਣੀ ਧਰਮ ਪਤਨੀ ਨੂੰ ਨਾਮ ਦੀ ਜੁਗਤੀ ਸਮਝਾਓ, ਉਹਨਾਂ ਨੂੰ ਨਾਮ ਜਪਣਾ ਦੱਸੋ। ਤੇ ਬਾਬਾ ਵਿਸਾਖਾ ਸਿੰਘ ਜੀ ਕਹਿਣ ਲੱਗੇ ਕਿ ਬਾਬਾ ਜੀ, ਉਹ ਹਾਲੇ ਨਾਮ ਦੀ ਗਾਹਕ ਨਹੀਂ ਹੈ। ਇਹ ਗੱਲ ਆਖੀ। ਇਹ ਗੱਲ ਕਹਿ ਕੇ ਜਦੋਂ ਤੁਰ ਪਏ ਤੇ ਜਾਂਦਿਆਂ ਮਨ 'ਚ ਖਿਆਲ ਆਇਆ ਵੀ ਬਾਬਾ ਜੀ ਦਾ ਬਚਨ ਨਹੀਂ ਸੀ ਮੋੜਨਾ ਚਾਹੀਦਾ, ਜੋ ਮਹਾਂਪੁਰਖਾਂ ਨੇ ਬਚਨ ਕੀਤਾ। ਫੇਰ ਵਾਪਸ ਆਏ, ਆ ਕੇ ਮਾਫੀ ਮੰਗੀ। ਕਹਿਣ ਲੱਗੇ ਬਾਬਾ ਜੀ, ਮੇਰੇ ਤੋਂ ਭੁੱਲ ਹੋ ਗਈ, ਆਪ ਜੀ ਨੇ ਬਚਨ ਕੀਤਾ, ਮੈਂ ਹੁਣੇ ਹੀ ਜਾਣਾ ਤੇ ਆਪਣੀ ਸਿੰਘਣੀ ਨੂੰ ਜਾ ਕੇ ਨਾਮ ਜਪਣ ਦੀ ਜੁਗਤੀ ਦੱਸਦਾ।
ਨਾਮ ਜਪਣ ਦਾ ਢੰਗ ਤਰੀਕਾ ਦੱਸਣਾ। ਤੇ ਫਿਰ ਉਹਨਾਂ ਨੇ ਬਚਨ ਕੀ ਦੱਸ, ਕਹਿਣ ਲੱਗੇ ਭਾਈ ਜੀ ਗੱਲ ਇਹ ਆ ਕਿ ਤੇਰੇ ਪਤਨੀ ਨੇ ਥੋੜੇ ਦਿਨਾਂ ਨੂੰ ਸਰੀਰ ਤਿਆਗ ਦੇਣਾ, ਥੋੜੇ ਦਿਨਾਂ ਨੂੰ ਸਰੀਰ ਤਿਆਗ ਜਾਣਾ, ਇਸ ਕਰਕੇ ਉਹ ਆਪਣੇ ਘਰ ਵਿੱਚ ਨਾਮ ਦੀ ਦਾਤ ਲੈਣ ਵਾਸਤੇ ਹੀ ਆਈ ਹੈ, ਨਾਮ ਜਪਣ ਵਾਸਤੇ ਆਈ। ਤੇ ਥੋੜੇ ਜਨਮ ਇਹਦੇ ਹਲੇ ਹੋਰ ਹੋਣੇ ਆ, ਤੁਸੀਂ ਨਾਮ ਦੇ ਨਾਲ ਉਸ ਨੂੰ ਜੋੜਦੇ ਹੋਗੇ, ਨਾਮ ਜਪ ਕੇ ਅਗਲਾ ਜਾਮਾ ਉਹਦਾ ਮਰਦ ਦਾ ਹੋਵੇਗਾ, ਤੇ ਕੁਝ ਹੋਰ ਥੋੜੇ ਜਿਹੇ ਜਨਮ ਧਾਰਨ ਕਰੇਗੀ, ਫਿਰ ਮੁਕਤ ਹੋ ਜਾਵੇ। ਜਾ ਕਰਕੇ ਆਪਣੇ ਅੰਮ੍ਰਿਤ ਵੇਲਾ ਜਦੋਂ ਉਸੇ ਰਾਤ ਹੋਇਆ, ਸਣ ਕੇ ਅਸੀਂ ਕਹਿੰਦੇ ਇਸ਼ਨਾਨ ਕਰਕੇ ਆਪਣੀ ਸਿੰਘਣੀ ਨੂੰ ਵੀ ਇਸ਼ਨਾਨ ਕਰਵਾਇਆ ਤੇ ਫਿਰ ਨਾਮ ਜਪਾਇਆ, ਨਾਮ ਦੇ ਨਾਲ ਜੋੜਿਆ। ਕੁਝ ਸਮੇਂ ਬਾਅਦ ਹੀ ਉਹ ਚੜ੍ਹਾਈ ਕਰ ਗਈ, 6 ਮਹੀਨਿਆਂ ਬਾਅਦ। ਤੇ ਫਿਰ ਸਹੁਰੇ ਘਰ ਦੇ ਵਿੱਚ ਉਦੋਂ ਨੌਕਰੀ ਕਰਦੇ ਸਨ ਸੰਤ ਬਾਬਾ ਵਿਸਾਖਾ ਸਿੰਘ ਜੀ, ਤੇ ਫਿਰ ਉਹਨਾਂ ਨੂੰ ਸੱਦਿਆ ਸੰਤ ਬਾਬਾ ਖੁਸ਼ਹਾਲ ਸਿੰਘ ਜੀ। ਗਏ ਉਹਨਾਂ ਕੋਲੇ ਅੰਬਾਲੇ ਛਾਉਣੀ ਦੇ ਵਿੱਚ, ਤੇ ਆਖਿਆ ਕਿ ਭਾਈ ਜੀ ਤੁਹਾਡੇ ਸਹੁਰੇ ਪਰਿਵਾਰ ਵਾਲੇ ਬੜਾ ਰੁਦਨ ਕਰ ਰਹੇ ਆ, ਰੋ ਰਹੇ ਆ, ਤੇ ਤੁਸੀਂ ਕੋਈ ਦਿਨਾਂ ਦੀ ਛੁੱਟੀ ਲੈ ਕਰਕੇ ਆਪਣੇ ਸਹੁਰੇ ਘਰ ਵਿੱਚ ਲੋਹਾਰ ਨਗਰ ਵਿੱਚ ਆ ਜਾਓ, ਤੇ ਅਸੀਂ ਵੀ ਉੱਥੇ ਆ ਜਾਵਾਂਗੇ, ਤੇ ਆਪਾਂ ਤੁਹਾਡੇ ਸਹੁਰੇ ਪਰਿਵਾਰ ਨੂੰ ਸਮਝਾਈਏ ਵੀ ਹੁਣ ਧੀਰਜ ਰੱਖੋ, ਇਸ ਤਰ੍ਹਾਂ ਰੋਣਾ ਨਾ ਕਰੋ। ਜਦੋਂ ਉੱਥੇ ਆ ਗਏ, ਸੰਤ ਬਾਬਾ ਖੁਸ਼ਹਾਲ ਸਿੰਘ ਜੀ ਵੀ ਉੱਥੇ ਪਹੁੰਚੇ। ਵੀ ਕੈਸੀਆਂ ਕਰਨੀਆਂ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਬਚਨ ਕੀਤਾ ਸੀ ਬਾਬਾ ਮੋਹਰ ਸਿੰਘ ਜੀ ਨੂੰ, ਵੀ ਤੇਰੇ ਪਰਿਵਾਰ ਦੇ ਵਿੱਚ ਸਿੱਖੀ ਵੀ ਰਵੇਗੀ ਤੇ ਭਗਤੀ ਵੀ ਰਵੇਗੀ। ਵੇਖੋ ਫਿਰ ਕੈਸੇ ਗੁਰਮੁਖ ਮਹਾਂਪੁਰਖ ਹੋਏ। ਜਦੋਂ ਉਸ ਸਹੁਰੇ ਪਰਿਵਾਰ ਵਿੱਚ ਗਏ ਤੇ ਕਹਿਣ ਲੱਗੇ ਕਿ ਭਾਈ ਜੀ ਸੰਤ ਬਾਬਾ ਵਿਸਾਖਾ ਸਿੰਘ ਜੀ ਵੀ ਆਪਣੀ ਸੱਸ ਨੂੰ ਸਮਝਾ ਦਿਓ ਕਿ ਤੁਹਾਡਾ ਕੀ ਨੁਕਸਾਨ ਹੋਇਆ, ਤੁਸੀਂ ਕਿਉਂ ਰੋਂਦੇ ਹੋ? ਨੁਕਸਾਨ ਤੇ ਤੁਹਾਡਾ ਹੋਇਆ ਤੇ ਤੁਹਾਨੂੰ ਤੇ ਲਾਭ ਹੋਇਆ ਹੈ। ਉਹ ਕਹਿਣ ਲੱਗੇ ਵੀ ਬਾਬਾ ਜੀ ਇਹ ਗੱਲ ਕਿਉਂ ਕਹਿ ਸਕਦੇ ਆ, ਉਹਨਾਂ ਦਾ ਇੱਕੋ ਹੀ ਪੁੱਤਰ ਸੀ ਤੇ ਇੱਕ ਹੀ ਲੜਕੀ ਸੀ, ਤੇ ਇੱਕੋ ਲੜਕੀ ਜੋ ਮੇਰੇ ਨਾਲ ਵਿਆਹੀ ਹੋਈ ਸੀ ਉਹ ਚੜ੍ਹਾਈ ਕਰ ਗਈ ਹੈ, ਤੇ ਆਪਾਂ ਉਹਨਾਂ ਨੂੰ ਇਹ ਗੱਲ ਕਿਉਂ ਆਖੀਏ ਵੀ ਤੁਹਾਡਾ ਕੀ ਨੁਕਸਾਨ ਹੋਇਆ, ਤੁਹਾਡਾ ਲਾਭ ਹੋਇਆ? ਇਹ ਗੱਲ ਕਿਵੇਂ ਕਹਿ ਸਕਦੇ? ਤੇ ਸੰਤ ਕਹਿਣ ਲੱਗੇ ਆਪਣੀ ਸੱਸ ਨੂੰ ਇਹ ਗੱਲ ਸਮਝਾ ਦੇ ਵੀ ਉਹ ਬੀਬੀ ਨੇ ਤੁਹਾਡੇ ਘਰ ਦੇ ਵਿੱਚ ਥੋੜੇ ਸਮੇਂ ਨੂੰ ਪੋਤਰੇ ਰੂਪ ਵਿੱਚ ਜਨਮ ਪੈਣਾ ਹੈ, ਜਿਹੜਾ ਤੁਹਾਡਾ ਪੋਤਰਾ ਹੋਣਾ ਹੈ ਉਹ ਬੀਬੀ ਨੇ ਤੁਹਾਡੇ ਘਰੇ ਪੋਤਰਾ ਬਣ ਕੇ ਆਉਣਾ। ਕਹਿੰਦੇ ਵੀ ਇਹ ਗੱਲ ਸਮਝਾ ਦਿੱਤੀ ਗਈ, ਤੇ ਬੀਬੀ ਭਰੋਸੇ ਵਾਲੀ ਸੀ, ਉਹਨੇ ਧੀਰਜ ਕੀਤਾ। ਬਾਕੀ ਸਾਰੇ ਜਿਹੜੇ ਰੋ ਰਹੇ ਸੀ ਉਹਨਾਂ ਨੂੰ ਵੀ ਚੁੱਪ ਕਰਾਇਆ। ਥੋੜੇ ਸਮੇਂ ਬਾਅਦ ਉਹਨਾਂ ਘਰੇ ਪੋਤਰਾ ਹੋਇਆ ਤੇ ਉਹਦਾ ਨਾਮ ਰੱਖਿਆ ਗਿਆ ਭਾਈ ਕਰਤਾਰ ਸਿੰਘ। ਐਸੇ ਹੋਰ ਵੀ ਉਹਨਾਂ ਦੇ ਜੀਵਨ ਦੇ ਕਈ ਬਚਨ ਆ ਸਾਧ ਸੰਗਤ ਜੀ। ਤੋ ਇਹ ਭਗਤੀ ਦਾ ਭੰਡਾਰਾ ਦਿੱਤਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਨੇ। ਤੇ ਅੱਜ ਦੇ ਦਿਨ 1923 ਈਸਵੀ ਸਨ 22 ਹਾੜ ਵਾਲੇ ਦਿਨ, ਅੱਜ ਦੇ ਦਿਨ ਸੰਤ ਬਾਬਾ ਖੁਸ਼ਹਾਲ ਸਿੰਘ ਜੀ ਦਦੇਰ ਸਾਹਿਬ ਨਗਰ ਵਾਲਿਆਂ ਨੇ, ਜੋ ਸੰਤ ਬਾਬਾ ਵਿਸਾਖਾ ਸਿੰਘ ਜੀ ਦੇ ਸਤਿਕਾਰਯੋਗ ਤਾਇਆ ਜੀ ਸਨ, ਉਹਨਾਂ ਨੇ ਸਰੀਰ ਤਿਆਗਿਆ। ਤੇ ਇਹਨਾਂ ਨੇ ਵੀ ਸਰੀਰ ਤਿਆਗਣ ਦਾ ਅਨੋਖਾ ਹੀ ਕ੍ਰਿਸ਼ਮਾ ਹੈ। ਅੰਮ੍ਰਿਤ ਵੇਲੇ ਬਜ਼ੁਰਗ ਅਵਸਥਾ ਸੀ, ਇਸ਼ਨਾਨ ਕੀਤਾ, ਨਾਮ ਜਪਿਆ, ਤੇ ਉਹਨਾਂ ਦੇ ਸੰਬੰਧ ਵਿੱਚ ਇਹ ਜ਼ਿਕਰ ਆਉਂਦਾ ਵੀ ਦਿਨੇ ਵੀ 8-8 ਘੰਟਾ ਚੌਂਕੜਾ ਲਾਉਂਦੇ ਸਨ, ਨਾਮ ਜਪਦੇ ਸੀ, ਤੇ ਰਾਤ ਨੂੰ ਵੀ ਸਾਰੀ ਰਾਤ ਲੰਘ ਜਾਂਦੀ ਸੀ ਚੌਂਕੜਾ ਲੱਗਿਆ ਹੋਇਆ। ਤੇ ਉਸ ਦਿਨ ਬਾਕੀ ਜਿੰਨੇ ਘਰ ਦੇ ਮੈਂਬਰ ਸੀ ਨਾ, ਉਹਨਾਂ ਸਾਰਿਆਂ ਨੂੰ ਪ੍ਰੇਰ ਕਰਕੇ ਆਪਣੇ ਪੁੱਤਰ ਚੰਦਾ ਸਿੰਘ ਨੂੰ ਕਹਿਣ ਲੱਗੇ ਵੀ ਇੱਥੇ ਤਾਂ ਗਰਮੀ ਜੀ ਹੈ, ਤੂੰ ਆਪਣਾ ਮੰਜਾ ਉਹ ਬਾਹਰ ਰੁੱਖਾਂ ਥੱਲੇ ਡਾਲਾ, ਉੱਥੇ ਜਾ ਕੇ ਆਰਾਮ ਕਰ ਲਾ। ਆਪਣੀ ਨੂੰਹ ਨੂੰ ਕਹਿਣ ਲੱਗੇ ਧੀਏ ਤੂੰ ਡਿਊੜੀ ਦੇ ਵਿੱਚ ਚਰਖਾ ਰੱਖ ਕੇ ਉੱਥੇ ਕੱਤਣ ਲੱਗ ਪਾ। ਅੱਜ ਤੋਂ 99 ਸਾਲ ਪਹਿਲਾਂ ਦੀ ਗੱਲ ਆ। ਕਹਿਣ ਲੱਗੇ ਤੂੰ ਡਿਊੜੀ 'ਚ ਚਰਖਾ ਰੱਖ ਕੇ ਉੱਥੇ ਕੱਤਣ ਲੱਗ ਪਾ, ਇੱਥੇ ਤਾਂ ਗਰਮੀ ਹੈ। ਆਪਣਾ ਮੰਜਾ ਜਿੱਥੇ ਸੀ ਉੱਥੇ ਚੌਂਕੜਾ ਲਾ ਕੇ ਮੰਜੇ ਤੇ ਨਾਮ ਜਪਣ ਲੱਗ ਪਏ। ਜਪਦਿਆਂ ਚੌਂਕੜੇ ਦੇ ਵਿੱਚ ਹੀ ਸਰੀਰ ਤਿਆਗਿਆ। ਚੌਂਕੜੇ ਦੇ ਵਿੱਚ ਹੀ, ਜਿਵੇਂ ਕਹਿੰਦੇ ਸੱਪ ਕੁੰਜ ਲਾ ਜਾਂਦਾ, ਜਿਹਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਆਖਿਆ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਤੇ ਉਹ ਨਹੁੰ ਆਈ ਹੈ ਘਰ ਨੂੰ,
ਕੋਈ ਲੈਣ ਵਾਸਤੇ ਚਰਖਾ ਕੱਤਦੀ ਵੇਖਿਆ ਵੀ ਬਾਪੂ ਜੀ ਤਾਂ ਬਾਬਾ ਜੀ ਤਾਂ ਸਿਰ ਅੱਗੇ ਨੂੰ ਨੀਂਦ ਆਈ ਪਈ ਹੈ, ਇਹ ਤਾਂ 8-8 ਘੰਟਾ ਚੌਂਕੜਾ ਲਾ ਲੈਂਦੇ ਆ ਤੇ ਇਹਨਾਂ ਨੇ ਤੇ ਕਦੀ ਸਿਰ ਸੁੱਟਿਆ ਨਹੀਂ ਇਸ ਤਰ੍ਹਾਂ ਅੱਗੇ ਨੂੰ, ਤੇ ਸਿਰ ਕਿਉਂ ਅੱਗੇ ਨੂੰ ਹੋਇਆ, ਝੁਕਿਆ ਪਿਆ ਹੈ। ਨੇੜੇ ਹੋ ਕੇ ਵੇਖਿਆ ਵੀ ਸਵਾਸਾਂ ਦੀ ਆਵਾਜਾਈ ਰੁਕ ਗਈ ਹੈ, ਸਵਾਸ ਨਹੀਂ ਆ ਰਹੇ। ਫਿਰ ਜਾ ਕੇ ਦੱਸਿਆ ਬਾਕੀ ਪਰਿਵਾਰ ਨੂੰ ਹੀ ਕਿ ਬਾਬਾ ਜੀ ਤਾਂ ਸਰੀਰ ਤਿਆਗ ਗਏ। ਤਾਂ ਉਹਨਾਂ ਨੇ ਅੱਜ ਦੇ ਦਿਨ ਸਾਧ ਸੰਗਤ ਜੀ ਸਰੀਰ ਤਿਆਗਿਆ ਇਸੇ ਮਹਾਂਪੁਰਖਾਂ ਨੇ, ਤਾਂ ਜਿਨ੍ਹਾਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਸਿੱਖੀ ਦਾ ਭੰਡਾਰਾ ਦਿੱਤਾ, ਜਿਨ੍ਹਾਂ ਨੇ ਫਿਰ ਨਾਮ ਵੀ ਜਪਿਆ, ਧਰਮ ਦੀ ਕਮਾਈ ਵੀ ਕੀਤੀ, ਤੇ ਦੇਸ਼ ਵਾਸਤੇ ਵੀ ਜਿਸ ਪਰਿਵਾਰ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ। ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਇੱਥੇ ਕਹਿੰਦੇ ਆ, ਗੁਰ ਕੈ ਸ਼ਬਦ ਕਮਲ ਵਿਗਸਿਆ। ਜਿਹੜੇ ਗੁਰੂ ਕੇ ਸ਼ਬਦ ਵਿੱਚ ਜੁੜੇ ਉਹਨਾਂ ਦਾ ਹਿਰਦਾ ਰੂਪੀ ਕਮਲ ਖਿੜ ਗਿਆ, ਤਾਂ ਸੌਂਪਿਆ ਭਗਤ ਭੰਡਾਰ। ਤਾਂ ਉਹਨਾਂ ਨੂੰ ਗੁਰੂ ਮਹਾਰਾਜ ਸਾਹਿਬ ਨੇ ਭਗਤੀ ਦਾ ਭੰਡਾਰਾ ਹੀ ਸੌਂਪ ਦਿੱਤਾ। ਉਹ ਫਿਰ ਭਗਤੀ ਦੇ ਭੰਡਾਰੇ ਨੂੰ ਆਪ ਵੀ ਵਰਤਦੇ ਆ ਤੇ ਹੋਰਨਾਂ ਨੂੰ ਵੀ ਵੰਡਦੇ। ਉਹਨਾਂ ਨੂੰ ਆਖਿਆ, ਪਾਣੀ ਵਿੱਚ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੇ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਐਸੇ ਗੁਰਮੁਖਾਂ ਦੇ ਅੰਦਰੋਂ ਫਿਰ ਭਰਮ ਜਦੋਂ ਚਲੇ ਗਿਆ ਤਾਂ ਫਿਰ ਉਹ ਜਾਗ ਪਿਆ, ਗਿਆਨ ਜਾਗਰਤ ਵਿੱਚ ਗੁਰਮੁਖ ਜਾਗ ਪਿਆ। ਉਹਨਾਂ ਦੇ ਅੰਦਰੋਂ ਅਗਿਆਨਤਾ ਦਾ ਅੰਧਕਾਰ ਚੁੱਕਿਆ ਗਿਆ, ਨਿਵਰਤ ਹੋ ਗਿਆ, ਅਗਿਆਨਤਾ ਦਾ ਅੰਧੇਰਾ ਦੂਰ ਹੋ ਗਿਆ। ਐਸੇ ਗੁਰਮੁਖ ਨੂੰ ਤਿਸ ਨੂੰ ਕਹਿੰਦੇ ਰੂਪ ਅੱਤ ਦਾ ਅਗਲਾ ਕਹੀਏ, ਬਹੁਤਾ ਰੂਪ ਚੜ ਜਾਂਦਾ ਹੈ। ਉਹ ਦਿਲ ਦੀ ਸਫਾਈ ਵਾਲਾ ਉਹਨਾਂ ਦਾ ਬਹੁਤਾ ਰੂਪ ਹੁੰਦਾ ਹੈ। ਜਿਸ ਦਾ ਹਰੀ ਪਰਮੇਸ਼ਰ ਨਾਲ ਪਿਆਰ ਲੱਗਦਾ ਹੈ। ਐਸੀ ਜੀਵ ਰੂਪ ਇਸਤਰੀ ਉਹ ਗੁਰਮੁਖ ਰੂਪ ਸਦਾ ਹੀ ਆਪਣੇ ਪ੍ਰਮਾਤਮਾ ਪਤੀ ਨੂੰ ਮਾਣਦੀ ਹੈ। ਉਹ ਜਗਿਆਸੂ ਰੂਪ ਜੀਵ ਇਸਤਰੀ ਸੋਭਾਵੰਤੀ ਹੈ, ਸੋਭਾ ਵਾਲੀ ਹੈ। ਜਿਹੜੇ ਮਨ ਦੀ ਮਰਜ਼ੀ ਕਰਨ ਵਾਲੇ ਮਨਮੁਖ ਵਾ, ਉਹ ਸ਼ੁਭ ਗੁਣਾਂ ਨੂੰ ਧਾਰਨ ਕਰਨ ਰੂਪੀ ਸ਼ਿੰਗਾਰ ਕਰਨਾ ਨਹੀਂ ਜਾਣਦੇ। ਆਪਣੇ ਮਨੁੱਖਾ ਜਨਮ ਸਾਰੇ ਨੂੰ ਹਾਰ ਜਾਂਦੇ ਹਨ। ਤੇ ਜਿਹੜੇ ਕੱਲਾ ਸ਼ਿੰਗਾਰ ਹੀ ਕਰਦੇ ਆ, ਧਾਰਮਿਕ ਲਿਬਾਸ ਪਹਿਨ ਲਿਆ, ਹਰੀ ਦੀ ਭਗਤੀ ਨਹੀਂ ਕਰਦੇ, ਬਿਨਾਂ ਹਰੀ ਦੀ ਭਗਤੀ ਤੋਂ, ਪ੍ਰਮਾਤਮਾ ਦੇ ਸਿਮਰਨ ਭਜਨ ਤੋਂ, ਭਗਤੀ ਕਰਨ ਤੋਂ ਜਿਹੜੇ ਸ਼ਿੰਗਾਰ ਕਰਦੇ, ਬਾਹਰਲੇ ਵਿਖਾਵੇ ਦੇ ਸਾਧਨ ਕਰਦੇ ਹਨ, ਉਹ ਨਿਤਾ ਪ੍ਰਤੀ ਜੰਮਦੇ ਮਰਦੇ ਤੇ ਖੁਆਰ ਹੁੰਦੇ ਹਨ। ਐਸੇ ਮਨਮੁਖ ਜੀਵ, ਐਸੇ ਪਖੰਡੀ ਜੀਵ ਸੰਸਾਰ ਦੇ ਵਿੱਚ ਵੀ ਸੋਭਾ ਨਹੀਂ ਪਾਉਂਦੇ ਹਨ। ਤੇ ਅੱਗੇ ਜੋ ਕੁਝ ਉਹਨਾਂ ਨੂੰ ਕਰਨਾ ਪੈਂਦਾ, ਜੋ ਦੁੱਖ ਝੱਲਣਾ ਪੈਂਦਾ, ਉਹ ਕਰਤਾਰ ਹੀ ਜਾਣਦਾ ਹੈ। ਮਹਾਰਾਜ ਕਹਿੰਦੇ ਸੱਚਾ ਤੇ ਇੱਕੋ ਇੱਕ ਪਰਮੇਸ਼ਰ ਵਾਹਿਗੁਰੂ ਹੈ। ਬਾਕੀ ਸੰਸਾਰ ਤੇ ਦੁਬਿਧਾ ਦੇ ਵਿੱਚ ਹੈ, ਦੁਐਸ਼ ਦੇ ਵਿੱਚ ਹੈ, ਅਥਵਾ ਦੋਹਾਂ ਦੇ ਵਿੱਚ ਹੀ, ਲੋਕ ਤੇ ਪਰਲੋਕ ਦੇ ਵਿੱਚ, ਸੰਸਾਰ ਦੇ ਵਿੱਚ ਉਹ ਸੱਚਾ ਇੱਕੋ ਇੱਕ ਹੀ ਆਪ ਹੀ ਹੈ। ਮਹਾਰਾਜ ਸਾਹਿਬ ਕਹਿੰਦੇ ਭਾਈ ਚੰਗੇ ਤੇ ਮੰਦੇ ਪਾਸੇ ਆਪ ਹੀ ਜੀਵਾਂ ਨੂੰ ਲਾਉਣ ਵਾਲਾ ਹੈ। ਜੀਵ ਉਸੇ ਤਰ੍ਹਾਂ ਕਰਮ ਕਰਦੇ ਜਿਵੇਂ ਉਹ ਪਰਮੇਸ਼ਰ ਕਰਤਾਰ ਆਪ ਕਰਾਉਂਦਾ ਹੈ। ਤੀਜੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਹਨ। ਇਹ ਭਾਈ ਜੇ ਸ਼ਾਂਤੀ ਲੈਣੀ ਤੇ ਸਤਿਗੁਰਾਂ ਦੀ ਸੇਵਾ ਕਰੋ। ਜੇ ਸ਼ਾਂਤੀ ਲੈਣੀ ਆ ਤੇ ਸਤਿਗੁਰਾਂ ਦੇ ਉਪਦੇਸ਼ ਨੂੰ ਸੇਵਨ ਕਰੋ, ਧਾਰਨ ਕਰੋ। ਬਿਨਾਂ ਸਤਿਗੁਰੂ ਜੀ ਦੇ ਸੇਵਾ ਤੋਂ, ਬਿਨਾਂ ਸਤਿਗੁਰੂ ਜੀ ਦੇ ਉਪਦੇਸ਼ ਗ੍ਰਹਿਣ ਕੀਤੇ ਤੋਂ ਹਿਰਦੇ ਵਿੱਚ ਸ਼ਾਂਤੀ ਨਹੀਂ ਆਉਂਦੀ ਹੈ। ਤੇ ਸਤਿਗੁਰਾਂ ਤੋਂ ਬਿਨਾਂ ਦੂਜੀ ਜਗ੍ਹਾ ਕੋਈ ਨਹੀਂ ਜਿੱਥੋਂ ਜਾ ਕੇ ਸ਼ਾਂਤੀ ਮਿਲ ਜਾਵੇਗੀ। ਐਵੇਂ ਭਰਮਦੇ ਭਟਕਦੇ ਰਹੋਗੇ, ਸਤਿਗੁਰਾਂ ਦੇ ਦਰ ਨੂੰ ਛੱਡ ਕੇ ਦੂਜੇ ਥਾਂ ਤੇ ਨਾ ਜਾਓ। ਜੇ ਬਹੁਤਾ ਜ਼ਿਆਦਾ ਲੋਚੀਏ ਵੀ, ਇੱਛਾ ਵੀ ਕਰੀਏ, ਬਿਨਾਂ ਸ੍ਰੇਸ਼ਟ ਕਰਮਾਂ ਤੋਂ, ਬਿਨਾਂ ਭਾਗਾਂ ਤੋਂ ਇਹ ਆਨੰਦ ਪਾਇਆ ਨਹੀਂ ਜਾਂਦਾ, ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਜਿਨ੍ਹਾਂ ਦੇ ਅੰਦਰ ਲੋਭ ਰੂਪੀ ਵਿਕਾਰ ਪੈਦਾ ਹੋਇਆ ਹੈ,
ਪਾਏ। ਉਹ ਦ્વੈਤ ਭਾਵ ਵਿੱਚ ਦੂਜੇ ਪਾਸੇ ਉਹਨਾਂ ਨੇ ਪ੍ਰੇਮ ਲਾਇਆ ਹੋਇਆ। ਜਿਨ੍ਹਾਂ ਦੇ ਅੰਦਰ ਲੋਭ ਰੂਪੀ ਵਿਕਾਰ ਹੈ ਨਾ, ਉਹਨਾਂ ਨੇ ਪ੍ਰਮਾਤਮਾ ਦਾ ਪ੍ਰੇਮ ਛੱਡ ਕੇ ਦੂਜੇ ਪਾਸੇ ਪ੍ਰੇਮ ਲਾਇਆ ਵੀ ਇਧਰੋਂ ਲੋਭ ਦੀ ਪੂਰਤੀ ਹੋ ਜਾਵੇ, ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ। ਇਸ ਕਰਕੇ ਮਹਾਰਾਜ ਕਹਿੰਦੇ ਦੂਜੇ ਭਾਈ ਦੂਜੇ ਦੇ ਪ੍ਰੇਮ ਦੇ ਵਿੱਚ ਖੁਆਏ, ਉਹਨਾਂ ਨੂੰ ਖੁਆਰ ਹੀ ਹੋਣਾ ਪੈਂਦਾ ਹੈ। ਜੰਮਣ ਮਰਨ ਨਾ ਚੁਕਾਈ। ਜਿਨ੍ਹਾਂ ਨੇ ਪ੍ਰਮਾਤਮਾ ਦਾ ਪ੍ਰੇਮ ਛੱਡ ਦਿੱਤਾ ਉਹਨਾਂ ਦੇ ਸਿਰ ਤੇ ਜੰਮਣਾ ਮਰਨਾ ਬਣਿਆ ਰਹਿੰਦਾ ਹੈ। ਜੰਮਣਾ ਮਰਨਾ ਨਹੀਂ ਉਹਨਾਂ ਦਾ ਚੁੱਕਿਆ ਜਾਂਦਾ, ਨਹੀਂ ਨਿਵਰਤ ਹੁੰਦਾ। ਵਿੱਚ ਦੁੱਖ ਪਾਏ। ਭਾਵੇਂ ਉਹ ਹਉਮੈ 'ਚ ਰਹਿੰਦੇ ਆ, ਪਰ ਹਉਮੈ ਵਿੱਚ ਉਹਨਾਂ ਨੂੰ ਦੁੱਖ ਹੀ ਪਾਉਣਾ ਪੈਂਦਾ ਹੈ। ਸਤਿਗੁਰ ਸਿਓ ਚਿਤ ਲਾਇਆ। ਜਿਨ੍ਹਾਂ ਨੇ ਸਤਿਗੁਰੂ ਜੀ ਦੇ ਨਾਲ ਆਪਣਾ ਚਿੱਤ ਲਾਇਆ, ਚਿੱਤ ਜੋੜਿਆ, ਜਿਹਦੇ ਅੰਦਰੋਂ ਜੁੜ ਗਏ। ਖਾਲੀ ਕੋਈ ਨਾ ਰਹੇ। ਜਿਨ੍ਹਾਂ ਨੇ ਚਿੱਤ ਲਾ ਲਿਆ ਨਾ ਪੂਰੇ ਸਤਿਗੁਰਾਂ ਦੇ ਨਾਲ, ਉਹਨਾਂ 'ਚੋਂ ਕੋਈ ਖਾਲੀ ਨਹੀਂ ਰਹਿੰਦਾ। ਉਹਨਾਂ ਨੂੰ ਮੁਕਤੀ ਜ਼ਰੂਰ ਮਿਲੇਗੀ, ਉਹਨਾਂ ਦੇ ਬੰਧਨ ਕੱਟੇ ਜਾਣਗੇ, ਉਹਨਾਂ ਦੀਆਂ ਝੋਲੀਆਂ ਭਰੀਆਂ ਜਾਣਗੀਆਂ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਖਾਲੀ ਨਹੀਂ ਰਹਿਣ ਦੇਣਗੇ। ਜਮ ਕੀ ਤਲਪ ਨਾ ਹੋਵਈ। ਜਿਹੜੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਬਣ ਗਏ, ਉਹਨਾਂ ਨੂੰ ਫਿਰ ਜਮਾ ਦੀ ਆਵਾਜ਼ ਨਹੀਂ ਪਵੇਗੀ, ਜਮਾ ਦਾ ਸੱਦਾ ਨਹੀਂ ਮਿਲੇਗਾ। ਨਾ ਹੋਏ ਦੁੱਖ ਸਹਾਰੇ। ਨਾ ਉਹਨਾਂ ਨੂੰ ਦੁੱਖ ਹੀ ਸਹਾਰਨੇ ਪੈਣਗੇ। ਨਾਨਕ ਗੁਰਮੁਖ ਉਪਰੇ। ਜਿਹੜੇ ਗੁਰੂ ਕੀ ਸ਼ਰਨੀ ਪੈ ਕੇ ਗੁਰੂ ਕੀ ਸਿੱਖੀ ਲੈ ਕੇ ਗੁਰਮੁਖ ਬਣ ਗਏ, ਉਹ ਬਚ ਗਏ ਜਮਦੂਤਾਂ ਤੋਂ, ਜੰਮਣ ਮਰਨ ਤੋਂ ਬਚ ਗਏ। ਸ਼ਬਦ ਸਮਾਹੇ। ਉਹ ਸੱਚੇ ਸ਼ਬਦ ਨਾਲ ਜੁੜ ਕਰਕੇ ਸਮਾਹੇ ਆਨੰਦ ਦੇ ਸਹਿਤ ਹੋ ਗਏ, ਉਹਨਾਂ ਨੂੰ ਸਮਾਹੜਾ ਪ੍ਰਾਪਤ ਹੋ ਗਿਆ ਤੇ ਸੱਚੇ ਸ਼ਬਦ ਨਾਲ ਜੁੜ ਕਰਕੇ ਬ੍ਰਹਮ ਵਿੱਚ ਸਮਾ ਗਏ। ਉਹ ਪੌੜੀ 'ਚ ਵੀ ਤੀਜੇ ਪਾਤਸ਼ਾਹੀ ਬਖਸ਼ਿਸ਼ ਕਰਦੇ ਹਨ। ਆਪ ਲਿਪਤ ਸਦਾ ਰਹੇ। ਉਹ ਪਰਮੇਸ਼ਰ ਵਾਹਿਗੁਰੂ ਜੀ ਨੇ ਸਾਰੀ ਸ੍ਰਿਸ਼ਟੀ ਸਾਜੀ ਹੈ, ਆਪ ਉਹ ਅਲਿਪਤ ਹੀ ਰਹਿੰਦਾ, ਨਿਰਲੇਪ ਹੀ ਰਹਿੰਦਾ ਹੈ। ਆਪ ਉਹ ਦੁੱਖਾਂ ਸੁੱਖਾਂ ਤੋਂ, ਖੁਸ਼ੀ ਗਮੀ ਤੋਂ, ਹਰ ਸੋਗ ਤੋਂ, ਉਸਤਤੀ ਨਿੰਦਿਆ ਤੋਂ ਨਿਰਲੇਪ ਹੈ ਸਦਾ। ਹੋਰ ਸਾਰੇ ਧੰਦਿਆਂ ਦੇ ਵਿੱਚ ਦੌੜਦੇ ਰਹਿੰਦੇ ਜੀਵ, ਸਾਰੇ ਸੰਸਾਰ ਨੂੰ ਉਹਨੇ ਧੰਦਿਆਂ ਦੇ ਵਿੱਚ ਲਾਇਆ ਹੋਇਆ। ਆਪ ਪਾਸੇ ਹੈ, ਨਿਰਲੇਪ ਹੈ। ਆਪ ਨਿਹਚਲ ਅਚਲ ਹੈ। ਆਪ ਉਹ ਨਿਹਚਲ ਹੈ, ਸਦਾ ਪਹਾੜ ਵਾਂਗੂ ਅਚਲ ਹੈ, ਸਦਾ ਟਿਕਿਆ ਰਹਿਣ ਵਾਲਾ ਹੈ। ਹੋਰ ਆਵਹਿ ਜਾਵਹਿ। ਹੋਰ ਸਾਰੀ ਸ੍ਰਿਸ਼ਟੀ ਉਹਦੇ ਹੁਕਮ ਵਿੱਚ ਜਨਮ ਲੈ ਕੇ ਆਉਂਦੀ ਹੈ, ਮਰ ਕੇ ਜਾਂਦੀ, ਸਾਰੇ ਆਉਂਦੇ ਜਾਂਦੇ ਉਹ ਗੇੜੇ ਵਿੱਚ ਉਹਨੇ ਪਾਏ ਹੋਏ ਆਵਾਗਮਨ ਦੇ ਵਿੱਚ। ਸਦਾ ਧਿਆਈਐ। ਇਸ ਕਰਕੇ ਜੇ ਆਉਣ ਜਾਣ ਤੋਂ ਰਹਿਤ ਹੋਣਾ ਹੈ, ਜੇ ਨਿਹਚਲ ਅਚਲ ਹੋਣਾ ਹੈ, ਜੇ ਇਹ ਭੱਜਣ ਦੌੜਨ ਤੋਂ ਰਹਿਤ ਹੋਣਾ ਹੈ, ਤੇ ਫਿਰ ਮਹਾਰਾਜ ਕਹਿੰਦੇ ਸਦਾ ਸਦਾ ਉਸ ਹਰੀ ਨੂੰ ਧਿਆਉਣਾ ਕਰੀਏ। ਗੁਰਮੁਖ ਸੁਖ ਪਾਵਹਿ। ਜਿਹੜੇ ਗੁਰਮੁਖ ਧਿਆਉਂਦੇ ਉਹ ਆਤਮਿਕ ਸੁਖ ਪਾ ਲੈਂਦੇ ਹਨ। ਘਰ ਵਾਸਾ ਪਾਈਐ। ਫਿਰ ਗੁਰਮੁਖ ਨਿਜ ਘਰ ਦੇ ਵਿੱਚ ਵਾਸਾ ਪ੍ਰਾਪਤ ਹੋ ਜਾਂਦਾ। ਗੁਰਮੁਖਾਂ ਨੂੰ ਆਤਮਿਕ ਘਰ ਦੇ ਵਿੱਚ ਵਾਸਾ ਪਾ ਲਵਾਂਗੇ। ਸੱਚ ਸਿਫਤ ਸਮਾਵਹਿ। ਉਹ ਗੁਰਮੁਖ ਸੱਚੇ ਦੀ ਸਿਫਤ ਕਰਦਿਆਂ ਆ ਸਿਫਤੀ ਦੇ ਵਿੱਚ ਸਮਾ ਜਾਂਦੇ ਹਨ। ਸੱਚਾ ਗਹਿਰ ਗੰਭੀਰ ਹੈ। ਪਰਮੇਸ਼ਰ ਸੱਚਾ ਹੈ, ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਗਹਿਰ ਨਿਰਹਲ ਹੈ, ਗੰਭੀਰ ਹੈ, ਡੂੰਘਾ ਹੈ। ਗੁਰ ਸ਼ਬਦ 부ਝਾਈ। ਗੁਰੂ ਸਾਹਿਬ ਜੀ ਦੇ ਸ਼ਬਦ ਨੇ ਇਹ ਬੂਝ ਦਿੱਤੀ, ਜਿਨ੍ਹਾਂ ਨੂੰ ਵੀ ਪ੍ਰਾਪਤ ਹੋਈ। ਜਿਹੜੇ ਗੁਰੂ ਕੇ ਸ਼ਬਦ ਨਾਲ ਜੁੜੇ, ਗੁਰੂ ਕੇ ਸ਼ਬਦ ਨੇ ਉਹਨਾਂ ਨੂੰ ਬੂਝ ਬੁਝਾ ਦਿੱਤੀ, ਸਮਝ ਦੇ ਦਿੱਤੀ ਕਿ ਸੱਚਾ ਪਰਮੇਸ਼ਰ ਹੀ ਡੂੰਘਾ ਹੈ, ਉਹੀ ਨਿਰਹਲ ਹੈ ਤੇ ਉਹੀ ਸੱਚਾ ਹੈ। ਆਹੋ ਆਹੋ ਸੱਚੇ ਪਾਤਸ਼ਾਹ। ਫਿਰ ਉਹ ਗੁਰਮੁਖ ਇਹ ਗੱਲ ਕਹਿੰਦੇ ਆ ਵੀ ਵਾਹ ਵਾਹ ਸੱਚੇ ਪਾਤਸ਼ਾਹ, ਧੰਨ ਹੈ ਤੂੰ ਸੱਚੇ ਪਾਤਸ਼ਾਹ। ਅਸਚਰਜ ਹੈ, ਵਿਸਮਾਦ ਹੈ, ਅਸਚਰਜ ਹੈ ਤੂੰ ਸੱਚੇ ਪਾਤਸ਼ਾਹ। ਤੂੰ ਸੱਚੀ ਨਾਈ। ਤੂੰ ਆਪ ਵੀ ਸੱਚਾ ਹੈ ਤੇ ਤੇਰੀ ਨਾਈ ਸੋਭਾ ਵੀ ਸੱਚੀ ਹੈ, ਤੂੰ ਸੱਚੀ ਸੋਭਾ ਵਾਲਾ ਹੈ। ਤੋ ਮਹਾਰਾਜ ਸਾਹਿਬ ਜੀ ਨੇ ਇਹ 8ਵੀਂ ਪੌੜੀ ਸ਼ਲੋਕਾਂ ਦੇ ਸਹਿਤ ਪਵਿੱਤਰ ਉਪਦੇਸ਼ ਬਖਸ਼ਿਆ। ਗੁਰੂ ਜੀ ਦੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਆਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਸੱਚਾ ਗਹਿਰ ਗੰਭੀਰ ਹੈ, ਗੁਰ ਸ਼ਬਦ 부ਝਾਈ। ਵਾਹੋ ਵਾਹੋ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।